ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣਾ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰਾ ਸੱਚਾ ਸਾਜ। ਸਤਿਗੁਰ ਮੇਰਾ ਸਭ ਸੁਖ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੋ ਲਾਗਾ ਸੇ, ਇਕ ਓੰਕਾਰ ਸਤਿਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਧਨਾਸਰੀ ਮਹਲਾ ਪੰਜਵਾਂ। ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਭਉ ਦੈਨ। ਕਹੂੰ ਨਾ ਪੀਜੈ ਸੰਜਮ ਸੁਆਮੀ, ਬੋਲੇ ਮੀਠੇ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਬਹੁ ਪ੍ਰਕਾਰ ਖੋਜੈ ਸਭ ਤਾਕਉ, ਬਿਖਮ ਨ ਜਾਈ ਲੈਣ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਕਉ, ਬਿਖਮ ਨ ਜਾਈ ਲੈਣ। ਰਹਾਉ ਜਾਪ ਤਾਪ ਭਰਮਨ ਬਸੁਦਾ ਕਰ, ਉਰਦ ਤਾਪ ਲੈ ਗੈਨ। ਜਾਪ ਤਾਪ ਭਰਮਨ ਬਸੁਦਾ ਕਰ, ਉਰਦ ਤਾਪ ਲੈ ਗੈਨ। ਇਹ ਬਿਦਨੈ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜਿਸ ਪਾਇਓ ਤਿਸ ਪਾਇਓ ਜਿਸ ਕਿਰਪੈਨ। ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰੈਨ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਤਿਨ ਪਾਇਓ ਜਿਸ ਕਿਰਪੈਨ। ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰੈਣ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਬੜੇ ਪਿਆਰ ਨਾਲ ਆਪ ਜੀ ਨੇ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਜਿੱਥੇ ਅੱਜ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਦੀ ਅੱਜ ਆਰੰਭਤਾ ਵਾਸਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਅੱਜ ਦਾ ਸਮਾਗਮ ਉਲੀਕਿਆ ਹੈ। ਆਪ ਆਪਣੀ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ
ਸਤਿਗੁਰੂ ਜੀ ਦੀ ਗੋਦ ਵਿੱਚ ਬਹੁਤ ਪਿਆਰ ਨਾਲ ਜੁੜ ਕੇ ਬੈਠੇ ਹੋ। ਆਓ ਸਤਿਗੁਰੂ ਦੀ ਪਾਵਨ ਬਾਣੀ ਦਾ ਜਿੱਥੇ ਆਪ ਜੀ ਨੇ ਕੀਰਤਨ ਸੁਣਿਆ ਹੈ, ਉੱਥੇ ਸਤਿਗੁਰੂ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਈਏ। ਜਿਸ ਸ਼ਬਦ ਦਾ ਆਪਾਂ ਹੁਣੇ ਪਾਠ ਸਰਵਣ ਕੀਤਾ, ਇਹ ਸ਼ਬਦ ਰਾਗ ਧਨਾਸਰੀ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 674 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦਾ ਮਨੁੱਖ ਜਦੋਂ ਵੀ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ, ਕਿਸੇ ਵੀ ਮਨੁੱਖ ਨੂੰ ਪੁੱਛ ਕੇ ਵੇਖੋ ਤੂੰ ਆਪਣੀ ਜ਼ਿੰਦਗੀ ਵਿੱਚ ਹਾਸਲ ਕੀ ਕਰਨਾ ਚਾਹੁੰਦਾ ਹੈ, ਤੇ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਜਵਾਬ ਦੇਵੇਗਾ ਘੜਿਆ ਘੜਾਇਆ ਕਿ ਮੈਂ ਸੁੱਖ ਚਾਹੁੰਦਾ ਹਾਂ। ਹਰ ਬੰਦੇ ਦਾ ਜਵਾਬ ਹੋਏਗਾ ਮੈਂ ਜ਼ਿੰਦਗੀ ਵਿੱਚ ਸੁਖੀ ਹੋਣਾ ਚਾਹੁੰਦਾ ਹਾਂ। ਤੁਹਾਨੂੰ ਕੋਈ ਵੀ ਇਨਸਾਨ ਇੱਦਾਂ ਦਾ ਨਹੀਂ ਮਿਲੇਗਾ ਜਿਹਨੂੰ ਤੁਸੀਂ ਪੁੱਛੋ ਤੂੰ ਸੁੱਖ ਚਾਹੁੰਦਾ ਹੈ ਕਿ ਦੁੱਖ। ਸਾਨੂੰ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇਹ ਜਵਾਬ ਨਹੀਂ ਦੇਵੇਗਾ ਮੈਨੂੰ ਦੁੱਖ ਚਾਹੀਦਾ। ਅਤੇ ਮਨੁੱਖ ਆਪਣੀ ਜ਼ਿੰਦਗੀ 'ਚ ਬੱਚੇ ਤੋਂ ਲੈ ਕੇ ਜਵਾਨ ਤੱਕ, ਜਵਾਨ ਤੋਂ ਲੈ ਕੇ ਬੁਢੇਪੇ ਤੱਕ ਜਿੰਨੇ ਵੀ ਯਤਨ ਕਰਦਾ ਹੈ ਸੁੱਖ ਲਈ ਕਰਦਾ ਹੈ। ਦੁੱਖ ਲਈ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਯਤਨ ਨਹੀਂ ਕਰਦਾ। ਸਵਾਲ ਪੈਦਾ ਹੁੰਦਾ ਹੈ, ਜੇ ਹਰ ਯਤਨ ਮਨੁੱਖ ਨੇ ਸੁੱਖ ਲਈ ਕੀਤਾ ਹੈ, ਦੁੱਖ ਲਈ ਤਾਂ ਯਤਨ ਹੀ ਕੋਈ ਨਹੀਂ ਕੀਤਾ। ਜੇ ਯਤਨ ਹੀ ਸੁੱਖ ਲਈ ਕੀਤੇ ਨੇ ਤੇ ਦੁੱਖ ਮਨੁੱਖ ਦੇ ਜੀਵਨ 'ਚ ਆਏ ਕਿੱਥੋਂ? ਤੁਸੀਂ ਪੜ੍ਹੇ ਲਿਖੇ ਵੀਰ ਬੈਠੇ ਹੋ, ਤੁਹਾਡੇ ਵਿੱਚੋਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਆਪ ਗੁਰਬਾਣੀ ਪੜ੍ਹੀ ਹੋਏਗੀ, ਹੁਣ ਤੁਸੀਂ ਕਿਸੇ ਕੰਮ ਲਈ ਯਤਨ ਕਰਦੇ ਹੋ, ਤੁਹਾਨੂੰ ਉਹਦੀ ਪ੍ਰਾਪਤੀ ਹੋਣੀ ਚਾਹੀਦੀ ਹੈ। ਪਰ ਜਿਸ ਕੰਮ ਲਈ ਤੁਸੀਂ ਯਤਨ ਹੀ ਕੋਈ ਨਹੀਂ ਕੀਤਾ, ਤੁਹਾਨੂੰ ਉਹਦੀ ਪ੍ਰਾਪਤੀ ਹੋ ਜਾਏ ਤੇ ਦਿਮਾਗ ਵਿੱਚ ਸਵਾਲ ਪੈਦਾ ਹੁੰਦੇ, ਕੁਐਸਚਨ ਪੈਦਾ ਹੁੰਦੇ ਵੀ ਇਹ ਤਾਂ ਮੈਂ ਯਤਨ ਹੀ ਨਹੀਂ ਸੀ ਕੀਤਾ। ਤੁਸੀਂ ਕਿਸੇ ਕੰਮ ਲਈ ਯਤਨ ਕਰਦੇ ਹੋ, ਤੁਹਾਨੂੰ ਉਹ ਚੀਜ਼ ਪ੍ਰਾਪਤ ਹੋ ਜਾਏ। ਬੱਚਾ ਪੜ੍ਹਦਾ ਹੈ, ਬੱਚਾ ਮਿਹਨਤ ਕਰਦਾ ਹੈ, ਉਹਨੂੰ ਡਿਗਰੀ ਮਿਲਦੀ ਹੈ ਅਤੇ ਉਹਨੂੰ ਮਾਣ ਹੈ ਵੀ ਇਹ ਮੈਂ ਯਤਨ ਕੀਤਾ ਹੈ, ਮੈਨੂੰ ਮਿਲਿਆ ਹੈ। ਪਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਉਹ ਪ੍ਰਾਪਤ ਕਰਕੇ ਬਹਿ ਜਾਏ ਜਿਹਦੇ ਲਈ ਉਹਨੇ ਯਤਨ ਹੀ ਨਹੀਂ ਕੀਤਾ ਅਤੇ ਫਿਰ ਵੀ ਉਹਦੇ ਬਾਰੇ ਸੋਚੇ ਨਾ, ਇਹਦਾ ਅਰਥ ਮਨੁੱਖ ਦਾ ਸੋਚ ਮੰਡਲ ਖਤਮ ਹੋ ਚੁੱਕਾ ਹੈ। ਇੱਕੋ ਇਨਸਾਨ ਹੀ ਤਾਂ ਹੈ ਜਿਹਦੇ ਕੋਲ ਸੋਚ ਵਿਚਾਰ ਹੈ, ਪਸ਼ੂ ਕੋਲ ਥੋੜ੍ਹਾ ਹੈ। ਪਸ਼ੂ ਅਤੇ ਮਨੁੱਖ ਵਿੱਚ ਕੀ ਫਰਕ ਹੈ? ਜੇ ਸਾਨੂੰ ਕੋਈ ਇੱਕੇ ਸ਼ਬਦ ਵਿੱਚ ਇਹਦਾ ਜਵਾਬ ਦੇਣਾ ਪਵੇ ਤਾਂ ਕੀ ਫਰਕ ਹੈ? ਆਪਾਂ ਕਈ ਵਾਰੀ ਕਹਿ ਦਿੰਦੇ ਵੀ ਸ਼ੇਰ ਬੜਾ ਤਾਕਤਵਰ ਹੈ, ਸ਼ੇਰ ਜੰਗਲ ਦਾ ਰਾਜਾ ਹੈ, ਹਾਥੀ 'ਚ ਬੜੀ ਤਾਕਤ ਹੈ, ਸੱਪ ਵਿੱਚ ਬੜਾ ਜ਼ਹਿਰ ਹੈ, ਅਸੀਂ ਬੋਲਦੇ ਹਾਂ। ਪਰ ਇਨਸਾਨ ਤੋਂ ਸਭ ਥੱਲੇ ਨੇ, ਇਨਸਾਨ ਤੋਂ ਉੱਤੇ ਕੋਈ ਨਹੀਂ। ਪੁੱਛੋ ਕਿਉਂ? ਤੁਹਾਡੇ 'ਚ ਕਈ ਟੀਚਰ ਸਾਹਿਬਾਨ ਬੈਠੇ ਹੋਣਗੇ, ਕਈ ਪੁਲਿਸ ਵਿੱਚ ਜੌਬ ਕਰਨ ਵਾਲੇ ਬੈਠੇ ਹੋਣਗੇ, ਕੋਈ ਬੈਂਕ ਵਿੱਚ ਜੌਬ ਕਰਨ ਵਾਲਾ ਬੈਠਾ ਹੋਏਗਾ, ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ। ਸੋਚੋ ਕਿਉਂ? ਕਿਉਂਕਿ ਇੱਕੋ ਇਨਸਾਨ ਹੈ ਜਿਹਨੇ ਇਹਨਾਂ ਸਾਰਿਆਂ ਨੂੰ ਆਪਣਾ ਗੁਲਾਮ ਬਣਾਇਆ ਹੈ। ਸੱਪ ਨੂੰ ਵੀ ਪਟਾਰੀ 'ਚ ਪਾ ਲਿਆ, ਹਾਥੀ ਦੇ ਉੱਤੇ ਵੀ ਬਹਿ ਗਿਆ, ਅਤੇ ਜਿੰਨਾ ਮਰਜ਼ੀ ਸ਼ੇਰ ਜੰਗਲ ਦਾ ਰਾਜਾ ਹੋਵੇ ਉਹਨੂੰ ਵੀ ਪਿੰਜਰੇ ਵਿੱਚ ਬੰਦ ਕੀਤਾ। ਫਿਰ ਤਾਕਤਵਰ ਕੌਣ ਹੋਇਆ? ਬੋਲੋ ਜੀ, ਇਨਸਾਨ ਹੀ ਤਾਕਤਵਰ ਹੋਇਆ ਨਾ। ਅਸੀਂ ਕਹਿ ਦਿੰਦੇ ਹਾਂ ਵੀ ਸ਼ੇਰ ਜੰਗਲ ਦਾ ਰਾਜਾ ਹੈ, ਹਾਥੀ 'ਚ ਅੰਨਾ ਜ਼ੋਰ ਹੈ। ਹੁਣ ਇਨਸਾਨ ਕੋਲ ਕੀ ਹੈ? ਆ ਗਰਦਨ ਤੋਂ ਉੱਪਰਲਾ ਹਿੱਸਾ, ਵਿਚਾਰ ਮੰਡਲ, ਜਿਹੜੀ ਪਸ਼ੂ ਕੋਲ ਨਹੀਂ ਹੈਗੀ। ਮੱਝ ਅੱਜ ਤੋਂ, ਜਦੋਂ ਤੋਂ ਮੱਝ ਹੋਂਦ ਵਿੱਚ ਆਏਗੀ ਉਦੋਂ ਵੀ ਮੱਝ ਸੀ, ਅੱਜ ਵੀ ਮੱਝ। ਇੱਕੋ ਇਨਸਾਨ ਹੈ ਜਿਹਨੇ ਧਰਤੀ 'ਤੇ ਬੈਠੇ ਨੇ ਆਕਾਸ਼ ਵਿੱਚ ਉੱਡਣ ਵਾਲੀਆਂ ਚੀਜ਼ਾਂ ਪੈਦਾ ਕਰ ਦਿੱਤੀਆਂ। ਤੁਸੀਂ ਇੱਕ ਮਕਾਨ ਦੀ ਛੱਤ ਤੋਂ ਕੋਈ ਚੀਜ਼ ਸੁੱਟੋ, ਜ਼ਮੀਨ ਨੂੰ ਡਿੱਗਦੀ ਹੈ, ਅਤੇ ਪਲੇਨ ਕਿੰਨਾ ਲੋਹਾ ਲੈ ਕੇ ਆਕਾਸ਼ ਵਿੱਚ ਉੱਡਦਾ। ਇਹ ਕਿੱਥੋਂ ਆਈ ਸਾਰੀ ਖੇਡ? ਇਹਦੀ ਖੇਡ ਜਿਹਨੂੰ ਬਾਣੀ ਗਗਨ ਆਂਦੀ ਹੈ। ਇੱਕ ਨਿੱਕਾ ਜਿਹਾ ਲੋਹੇ ਦਾ ਟੁਕੜਾ ਤੁਸੀਂ ਪਾਣੀ ਸੁੱਟੋ, ਸੁੱਟਦਿਆਂ ਸਾਰ ਜ਼ਮੀਨ ਦੇ ਵਿੱਚ, ਧਰਤੀ ਦੇ ਤਲ ਨਾਲ ਜਾ ਲੱਗਦਾ ਹੈ। ਅਤੇ ਸ਼ਿਪ ਨੂੰ ਕਿੰਨਾ ਲੋਹਾ ਲੱਗਾ ਹੁੰਦਾ ਹੈ, ਪਾਣੀ ਨੂੰ ਚੀਰਦਿਆਂ ਹੋਇਆਂ ਇੱਕ ਦੇਸ਼ ਤੋਂ ਦੂਜੇ ਦੇਸ਼ ਲੈ ਕੇ ਜਾਂਦਾ। ਇਕੱਲਾ ਆਪ ਨਹੀਂ ਜਾਂਦਾ, ਉਹਦੇ ਵਿੱਚ
ट्रैक्टर ट्रक किन्ना किन्ना समान लोड हो के शिप 'ਚ एक देश तो दूजे देश जा रहे हैं क्योंकि साढ़े सामने वापरिया आपां हैरान क्यों नहीं हो रहा क्योंकि साढ़े सामने रोज़ वापरदा है। पर जिस बंदे सामने पहली बार वापरिया होएगा वो हैरान होया होएगा ना भी इदां हो सकदा भला। ये सब कुछ कित्थों पैदा होया? इंसान के विचार मंडल चों, इंसान की सोच चों। हुण पातशाह कहंदे जे सब कुछ तू अपनी सोच मंडल विचों पैदा कर लिया, इन्ना कुछ बाहरी तौर पर तू किन्नियां सुख सहूलतां पैदा कर लिया ने। ठंड लगती है, हीटर सिस्टम पैदा कर लिया हीट वाला, जे गर्मी लगती है तो एयर कंडीशन, एक शहर तो दूजे शहर जाना तू साधन पैदा कर लै। पर अपनी जिंदगी में तू अपना आत्मक सुख नहीं लभ पाया। आत्मक तौर पर जिहड़ा मनुख नूं सुखी होना चाहिए सी वो अज मनुख दे कोल नहीं है। डिप्रैशन का शिकार है, जिहड़ियां बीमारियां दे कदी नां नहीं सी सुनदे वो बीमारियां ने अज सानूं घेरिया है। पुछो क्यों? मनुख अपनी जिंदगी च बच्चे तो लैके जवान तक वड्डा हुंदा जांदा है, सैट करन दी कोशिश करता है। मैं कई बार महसूस करता हुन्ना, तुसीं भी पढ़े लिखे वीर गृहस्थी परिवारां वाले बैठे हो, एक बच्चा है हौली हौली जवान हुंदा है, फिर विआह जांदा है, फिर विआहण तो बाद बच्चे हो जाते हैं, फिर वो बच्चों बारे सोचता है इन्हों पढ़ाना है लिखाना है, फिर नौकरी ते लवाना है, फिर गां उन्हां दे विआह करने ने। सारी जिंदगी इंसान दूजियां नूं सैट करदा करदा आप अपसैट ही रहिंदा है। तुसीं वेख लो, बच्चा सैट कर ला, पोतरा सैट कर ला, दोहता सैट कर ला, जे उन्होंने कोई पूछे सारिਆਂ नूं सैट कर लिया आप सैट कदों होना है? बोलो साध संगत जी, आप बंदा मानसिक तौर पर अपसैट है। जिहड़ा शब्द आपां हुणे पढ़िया है ना, जाके एक बार पढ़ियो जरूर। 674 नंबर अंक ते शब्द है, 5 कर्म दुनिया ते मनुख कर रहा है काहदे लई? आत्मक सुख लई। ਜਿਹੜੇ कर्म दुनिया ਦੇ ਵਿੱਚ ਵਿਪਰ ਲੋਕਾਂ ਕੋਲੋਂ ਕਰਵਾ ਰਿਹਾ ਸੀ ਨਾ, ਇਹਨਾਂ ਕਰਮਾਂ ਨਾਲ ਤੈਨੂੰ ਜ਼ਿੰਦਗੀ 'ਚ ਸੁੱਖ ਆ ਜਾਣਾ, ਤੂੰ ਆਤਮਿਕ ਤੌਰ ਤੇ ਸ਼ਾਂਤੀ ਹੋ ਜਾ, ਤੇਰੇ ਜੀਵਨ 'ਚ ਸਕੂਨ ਆ ਜਾਣਾ ਹੈ। ਜਿਹੜੇ ਉਹ 5 कर्म दुनिया ਦਾ ਮਨੁੱਖ ਕਰ ਰਿਹਾ ਸੀ ਤੇ ਪਰ ਸਕੂਨ ਨਹੀਂ ਸੀ ਹੈਗਾ, ਅੱਜ ਮਾਰਿਓ ਧਿਆਨ, ਉਹ ਕੰਮ ਅੱਜ ਸਿੱਖਾਂ ਕੋਲੋਂ ਵੀ ਕਰਵਾਏ ਜਾ ਰਹੇ ਨੇ। ਆਓ ਇੱਕ ਵਾਰ ਸਾਰੇ ਰਲ ਕੇ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਪੜ੍ਹ ਲਈਏ। ਪ੍ਰਭ ਜੀ को नाम जपत मन, सारे बोलो, प्रभ जी को नाम जपत मन। हुण शब्द वरते मन। आप बच्चे नूं कई बार कहने तू चैन ना नहीं बह सकता, ये आम साडा ठेठ शब्द पंजाबी का। बच्चा शरारतां करदा होवे आपां की कहने तू चैन ना नहीं बह सकता, तो बच्चा बह जाता है। जे बच्चा अग्यों ये कहे मैं तो चैन ना बह गया, तुसीं कदों चैन ना बहोगे? तुसीं तो अपनी जिंदगी चैन गवा के बैठे जी। जिद्दां हुण शरीर बैठा अपना सारिਆਂ ਦਾ, कि मन भी इदां बैठा है जी? बोलो साध संगत जी, मैं कथा कल्ले नहीं करनी जी, तुहानूं नाल करनी पैनी है, तुहानूं हंगारा देना पैना है। क्यों जी? जिद्दां शरीर इदां बैठा मन भी इदां बैठा है जी। हुण जिस मन ने सुखी होना वो तो बैठा ही नहीं है। बच्चा स्कूल गया जी, वो अपना तन नाल लै गया, मन नाल लैके नहीं गया, कि वो पढ़ सकता जी? वो पढ़ेगा ही तां जे उहदा मन उत्थे हाज़र है। तो जे सिख दा शरीर गुरुद्वारे आ गया तो मन गुरुद्वारे, इत्थे बह के भी घड़ी वेखी जांदा, फलाने ने आ करता, फलाने ने इदां करता, मेरा वो काम करन वाला पिया मेरा। जे बच्चा स्कूल जाके तुहाडे बारे सोची जावे रोज़, वैसे हुण तां लॉकडाउन करके करोना वायरस करके स्कूलों वाला काम तुहानूं दस ही रहा है कि ऑनलाइन सिस्टम चल रहा, पर जे आपां वेखीए बच्चा स्कूल गया तो बैठा क्लासरूम च तो सोच घर बारे रहा, पढ़ सकता जी? बोल के दस्यो। पर बंदा गुरु नाल रोज़ ही इंज करदा, हाथ च पोथी फड़ी है तो सोच कुछ हो रहा है। जिद्दां रोड के उत्ते नहीं लिखिया हुंदा ड्राइविंग करदिआं मोबाइल की वरतों, तो मैं कहना ये भी लिखण की लोड़ है, पाठ करदिआं होर कुछ ना सोचो। साध संगत जी, मोबाइल फोन साइलेंट मोड पर कर लो जी, मोबाइल दीआं रिंगां वजी जा रही हैं तो फिर ध्यान सारिਆਂ ਦਾ उखड़दा है। असीं दिल्लीों सफ़र करके आए हैं जी, तुहानूं पता है कि हर जगह लॉकडाउन चल रहा है, तो फिर भी असीं विचों लंघ लूंघ के आ गए हैं। तो जे आपां इन्ना सफ़र तय करके आए हैं जी, अद्धा पौना घंटा ही आपां शांति नाल नहीं बह सकदे इत्थे,
ਮੇਰੇ ਖਿਆਲ 'ਤੇ ਹੁਣ ਤਾਂ ਮੋਬਾਈਲ ਵੈਸੇ ਵੀ ਬੰਦ ਹੋ ਜਾਣੇ ਚਾਹੀਦੇ ਜੇ ਹਿਸਾਬ ਨਾਲ ਲੋਕਡਾਊਨ ਬੋਲੋ ਸਾਰੇ ਚੱਲ ਰਹੇ ਨੇ। ਹੁਣ ਤਾਂ ਬੰਦਾ ਸਗੋਂ ਜ਼ਿਆਦਾ ਫਰੀ ਆ, ਆਪਣੇ ਪਰਿਵਾਰ 'ਚ ਬਹਿ ਸਕਦਾ। ਅਤੇ ਜੇ ਹੁਣ ਵੀ ਬੰਦਾ ਬਿਜੀ ਹੈ ਤਾਂ ਫਿਰ ਇਹਦਾ ਅਰਥ ਬੰਦਾ ਆਤਮਿਕ ਤੌਰ 'ਤੇ ਆਪਣਾ ਸਭ ਕੁਝ ਗਵਾ ਬੈਠਾ ਹੈ। ਤੋ ਆਓ ਸਾਧ ਸੰਗਤ ਤਰਸ ਕਰੀਏ, ਜਿੰਨਾ ਕੁ ਸਮਾਂ ਆਪਾਂ ਇੱਥੇ ਗੁਰੂ ਦੀ ਗੋਦ 'ਚ ਬਹਿਣਾ ਉਹਨਾਂ ਕੁ ਸਮਾਂ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਦਿਓ ਕਮ ਸੇ ਕਮ। ਜੇ ਉਹਨੂੰ ਪਲੇਨ ਮੋਡ 'ਤੇ ਲਾ ਦਿਓ ਤਾਂ ਸਭ ਤੋਂ ਵਧੀਆ ਗੱਲ ਹੈ ਵੀ ਲਿੰਕ ਟੁੱਟ ਜੂ। ਅੱਧੇ ਪੌਣੇ ਘੰਟੇ ਬਾਅਦ ਜਦੋਂ ਆਪਾਂ ਇੱਥੋਂ ਉੱਠ ਕੇ ਜਾਣਾ, ਬਾਅਦ ਵਿੱਚ ਅਗਲੇ ਨਾਲ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਕਰਨੀਆਂ ਕਰ ਲਿਓ। ਪਰ ਕਮ ਸੇ ਕਮ ਜਿੱਦਾਂ ਤੁਹਾਡੇ 'ਚ ਹੁਣ ਤਾਂ ਤੁਹਾਡੇ ਜਿਹੜੇ ਟੀਚਰ ਵੀਰ ਬੈਠੇ ਆ, ਜੇ ਇੱਕ ਬੱਚੇ ਦਾ ਕਲਾਸ ਵਿੱਚ ਮੋਬਾਈਲ ਦੀ ਰਿੰਗ ਵੱਜ ਜਾਏ, ਟੀਚਰ ਨੂੰ ਚੰਗਾ ਲੱਗੇਗਾ? ਬੋਲ ਕੇ ਦੱਸਿਓ ਜੀ, ਬੋਲੋ ਸਾਧ ਸੰਗਤ ਜੀ। ਨਹੀਂ ਚੰਗਾ ਲੱਗੇਗਾ। ਅਤੇ ਗੁਰਦੁਆਰੇ ਸਿੱਖ ਸਟੂਡੈਂਟ ਦਾ ਜੇ ਮੋਬਾਈਲ ਦੀ ਰਿੰਗ ਵੱਜੇ ਤਾਂ ਗੁਰੂ ਨੂੰ ਚੰਗਾ ਲੱਗੂ? ਬੋਲੋ ਜੀ। ਬਸ ਜਿੱਥੇ ਗੁਰਦੁਆਰਾ ਬਣਾ ਲਿਆ ਉੱਥੇ ਗੁਰਦੁਆਰੇ ਵਿੱਚ ਬੈਠਣ ਦੇ ਅਸੂਲ ਨਿਯਮ ਇਹਦੀ ਵੀ ਪਾਲਣਾ ਆਪਾਂ ਕਰਨੀ ਸਿੱਖਣੀ ਹੈ, ਤਾਂ ਫਾਇਦਾ ਹੈ। ਤੋ ਆਓ ਸਾਰੇ ਪੜ੍ਹੋ ਰਲ ਕੇ। ਕੋਈ ਹਾਜ਼ਰੀ ਜਿਹੜਾ ਸੰਗਤ ਦੇ ਵਿੱਚ ਸਰੋਤਾ ਇੱਦਾਂ ਦਾ ਨਾ ਰਹੇ ਜਿਹੜਾ ਹਾਜ਼ਰੀ ਨਾ ਲਵਾਵੇ। ਸਾਰੇ ਪੜ੍ਹੋ ਇੱਕ ਵਾਰ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਵਾਹ ਵਾਹ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਬਹੁ ਪ੍ਰਕਾਰ ਖੋਜੈ ਸਭ ਤਾਕੋ, ਬਹੁ ਪ੍ਰਕਾਰ ਖੋਜੈ ਸਭ ਤਾਕੋ। ਬਿਖਮ ਨ ਜਾਈ ਲੈਣ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਪੂਜਾ ਵਰਤ ਤਿਲਕ ਇਸ਼ਨਾਨਾ, ਪੂਜਾ ਵਰਤ ਤਿਲਕ ਇਸ਼ਨਾਨਾ। ਪੁੰਨ ਦਾਨ ਬੋਧੈਨ, ਪੁੰਨ ਦਾਨ ਬੋਧੈਨ। ਪੁੰਨ ਦਾਨ ਬੋਧੈਨ, ਪੁੰਨ ਦਾਨ ਬੋਧੈਨ। ਇਹ ਬਿਦਨ ਹੈ ਪਤੀਆਂ ਨੂੰ ਠਾਕੁਰ, ਇਹ ਬਿਦਨ ਹੈ ਪਤੀਆਂ ਨੂੰ ਠਾਕੁਰ। ਬੋਲੇ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਵਾਹ ਵਾਹ। ਜਾਪ ਤਾਪ ਭਰਮਨ ਬਸੁਦਾ ਕਰ, ਜਾਪ ਤਾਪ ਭਰਮਨ ਬਸੁਦਾ ਕਰ। ਉਰਦ ਤਾਪ ਲੈ ਗੈਨ, ਉਰਦ ਤਾਪ ਲੈ ਗੈਨ। ਉਰਦ ਤਾਪ ਲੈ ਗੈਨ, ਉਰਦ ਤਾਪ ਲੈ ਗੈਨ।
ਉਰਦ ਤਾਪ ਲੈ ਗਏ ਨਾ, ਉਰਦ ਤਾਪ ਲੈ ਗਏ ਨਾ। ਏ ਬਿਦਨੈ ਪਤਿਆਂ ਨੂੰ ਠਾਕੁਰ, ਏ ਬਿਦਨੈ ਪਤਿਆਂ ਨੂੰ ਠਾਕੁਰ। ਜੋਗ ਜੁਗਤ ਕਰ ਜੈਨ, ਜੋਗ ਜੁਗਤ ਕਰ ਜੈਨ, ਜੋਗ ਜੁਗਤ ਕਰ ਜੈਨ, ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਤਿਨ ਪਾਇਓ ਜਿਸ ਕਿਰਪੈਨ, ਤਿਨ ਪਾਇਓ ਜਿਸ ਕਿਰਪੈਨ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ। ਤਿਨ ਪਾਇਓ ਜਿਸ ਕਿਰਪੈਨ, ਤਿਨ ਪਾਇਓ ਜਿਸ ਕਿਰਪੈਨ। ਸਾਧ ਸੰਗ ਰੰਗ ਪ੍ਰਭ ਭੇਟੇ, ਸਾਧ ਸੰਗ ਰੰਗ ਪ੍ਰਭ ਭੇਟੇ। ਨਾਨਕ ਸੁਖ ਜਨ ਰੈਨ, ਨਾਨਕ ਸੁਖ ਜਨ ਰੈਨ, ਨਾਨਕ। ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਨਾਮ ਜਪਤ ਮਨ ਚੈਨ, ਪ੍ਰਭ ਜੀ ਕੋ। ਮਨ ਦਾ ਚੈਨ ਲੈਣ ਵਾਸਤੇ ਦੁਨੀਆ ਦਾ ਮਨੁੱਖ ਆਪਣੇ ਆਪਣੇ ਤਰੀਕੇ ਨਾਲ ਯਤਨ ਕਰ ਰਿਹਾ ਹੈ। ਜਦੋਂ ਵੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਿਤੇ ਬੈਠਦਾ ਹੈ ਤੇ ਉਹਦੀਆਂ ਗੱਲਾਂ ਦਾ ਨਿਚੋੜ ਇਹੋ ਹੀ ਹੁੰਦਾ ਹੈ, ਅੱਜ ਮਨ ਚੈਨ 'ਚ ਨਹੀਂ ਹੈ, ਮਨ ਟਿਕਾਅ ਵਿੱਚ ਨਹੀਂ ਹੈ। ਤੇ ਤਨ ਦੀਆਂ ਬਿਮਾਰੀਆਂ ਦਾ ਵੀ ਜਨਮਦਾਤਾ ਮਨ ਹੈ। ਜਦੋਂ ਮਨ ਰੋਗੀ ਹੁੰਦਾ ਹੈ ਉਦੋਂ ਤਨ ਛੇਤੀ ਡਿੱਗਦਾ ਹੈ। ਜਦੋਂ ਮਨ ਨੇ ਤਨ ਨੇ ਤਾਕਤਵਰ ਹੋਣਾ ਹੈ, ਉਹ ਤੋਂ ਪਹਿਲਾਂ ਮਨ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ। ਮਨ ਕੋਈ ਸਾਡੇ ਸਰੀਰ ਵਿੱਚ ਦਿਸਣ ਵਾਲੀ ਚੀਜ਼ ਨਹੀਂ ਹੈ। ਇੱਕ ਵਿਚਾਰਾਂ ਦੇ ਸੰਗ੍ਰਹਿ ਨੂੰ ਮਨ ਆਖਦੇ ਨੇ। ਤੇ ਮਨ ਦੁਨੀਆ ਦੇ ਹਰ ਮਨੁੱਖ ਦਾ ਅਲੱਗ ਅਲੱਗ ਹੈ, ਕਿਉਂਕਿ ਵਿਚਾਰ ਅਲੱਗ ਅਲੱਗ ਨੇ। ਸਾਂਝ ਕਦੋਂ ਬਣਦੀ ਹੈ? ਜਦੋਂ ਮਨ ਇੱਕ ਹੁੰਦੇ ਨੇ, ਜਦੋਂ ਵਿਚਾਰ ਇੱਕ ਹੁੰਦੇ ਨੇ। ਜਦੋਂ ਆਪਾਂ ਲਾਵਾਂ ਦਾ ਪਾਠ ਕਰਦੇ ਹਾਂ, ਲੜਕਾ ਲੜਕੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਠਾ ਕੇ, ਸਾਡੇ ਮੁਤਾਬਕ ਸਿਰਫ 4 ਫੇਰੇ ਨੇ ਤੇ ਖੇਡ ਸਾਰੀ ਅੱਧੇ ਪੌਣੇ ਘੰਟੇ ਦੀ ਹੈ। ਬਰਾਤੀ ਆਉਂਦੇ ਨੇ, ਛਕਦੇ ਨੇ, ਛਕਾਉਂਦੇ ਨੇ, ਵਧਾਈ ਦਿੰਦੇ ਨੇ ਤੇ ਘਰਾਂ ਨੂੰ ਚਲੇ ਜਾਂਦੇ ਨੇ ਜੀ। ਫਲਾਣੇ ਦੀ ਧੀ ਦਾ, ਫਲਾਣੇ ਦੇ ਪੁੱਤਰ ਦਾ ਆਨੰਦ ਕਾਰਜ, ਬੋਲੋ ਜੀ, ਹੋ ਗਿਆ, ਕੰਮ ਨਿਬੜ ਗਿਆ। ਕੀ ਗੁਰੂ ਗ੍ਰੰਥ ਸਾਹਿਬ ਦੀਆਂ 4 ਪ੍ਰਕਰਮਾਂ ਕਰਨ ਤੇ ਕੰਮ ਮੁਕੰਮਲ ਹੋ ਗਿਆ? ਜੇ ਸੱਚੀ ਉਹੋ ਹੀ ਵਿਆਹ ਸੀ ਫਿਰ ਡਿਵੋਰਸ ਕਿੱਥੋਂ ਹੋਇਆ? ਤਲਾਕ ਕਿਹਨੇ ਕਰਾਤਾ? ਕਿਉਂਕਿ ਉਦੋਂ ਤੇ ਪੱਲਾ ਫੜਾਇਆ ਗਿਆ ਸੀ। ਜ਼ਿੰਦਗੀ 'ਚ ਆਪਾਂ ਵੇਖਦੇ ਕਈਆਂ ਦੇ ਬੱਚੇ ਵੀ ਹੋ ਜਾਂਦੇ ਨੇ, ਕਹਿੰਦੇ ਜੀ ਮੇਰੀ ਇਹਦੇ ਨਾਲ ਹੁਣ ਨਹੀਂ ਨਿਭਣੀ। ਸਰੀਰਾਂ ਦੇ ਸੁਮੇਲ ਹੋਏ ਨੇ, ਸਰੀਰ ਮਿਲੇ, ਔਲਾਦ ਪੈਦਾ ਹੋ ਗਈ, ਪਰਿਵਾਰ ਵੱਧ ਫੁੱਲ ਗਿਆ, ਪਰ ਵਿਚਾਰ ਕਈ ਵਾਰ ਸਾਰੀ ਜ਼ਿੰਦਗੀ ਮਿਲਦੇ ਨਹੀਂ। ਇੱਕ ਹੁੰਦੀ ਸੰਤੁਸ਼ਟੀ, ਇੱਕ ਹੁੰਦਾ ਟਾਈਮ ਪਾਸ ਕਰਨਾ ਵੀ ਹੁਣ ਹੋਰ ਕਰੀਏ ਕੀ ਜੀ। ਮਾਫ਼ ਕਰਨਾ ਇਹ ਸੱਚ ਹੈ, ਇਹਨੂੰ ਬਰਦਾਸ਼ਤ ਕਰਨਾ ਪੈਣਾ।
ਇੱਕ ਹੁੰਦਾ ਸੰਤੁਸ਼ਟੀ ਕਿ ਮੈਂ ਸੰਤੁਸ਼ਟ ਹਾਂ ਕਿ ਜਿੱਦਾਂ ਦਾ ਮੈਨੂੰ ਜੀਵਨ ਸਾਥੀ ਮਿਲਿਆ, ਭਾਵੇਂ ਔਰਤ ਹੈ ਅਤੇ ਭਾਵੇਂ ਮਰਦ ਹੈ, ਮੈਂ ਸੰਤੁਸ਼ਟ ਹਾਂ। ਇੱਕ ਹੁੰਦਾ ਸੰਤੁਸ਼ਟੀ, ਇੱਕ ਹੁੰਦਾ ਹੁਣ ਕੀ ਕਰੀਏ। ਹੁਣ ਜਦੋਂ ਉਹ ਕੀ ਕਰੀਏ ਸ਼ਬਦ ਹੈ ਨਾ, ਉਹ ਪਤਾ ਕਿਉਂ ਬਣਿਆ? ਪੜ੍ਹੋ ਧਿਆਨ ਨਾਲ ਬਾਣੀ। ਸਤਿਗੁਰ ਦੀ ਬਾਣੀ ਦਾ ਵਾਕ ਹੈ ਧਨ ਪਿਰ। ਪਿਰ ਕਹਿੰਦੇ ਪਤੀ ਨੂੰ, ਧਨ ਕਹਿੰਦੇ ਨੇ ਇਸਤਰੀ ਨੂੰ। ਹੁਣ ਭਾਵੇਂ ਗੱਲ ਉੱਥੇ ਰੱਬ ਦੀ ਹੈ, ਪਰਮੇਸ਼ਰ ਦੀ ਹੈ, ਪਰ ਇਹਨੂੰ ਤੁਸੀਂ ਦੁਨਿਆਵੀ ਕਿਸੇ ਵੀ ਰਿਸ਼ਤੇ 'ਤੇ ਲਾ ਕੇ ਵੇਖੋ। ਧਨ ਪਿਰ ਇਹ ਨਾ ਆਖੀਆਂ ਬਹਿਣ, ਸਾਰੇ ਬੋਲੋ ਜੀ, ਬਹਿਣ ਇਕੱਠੇ ਹੋਏ, ਐਦਾਂ ਇੱਕ ਜਗ੍ਹਾ 'ਤੇ ਬਹਿ ਜਾਣ, ਇਹ ਥੋੜ੍ਹਾ ਪਤੀ ਪਤਨੀ। ਮਹਾਰਾਜ ਕਿੱਦਾਂ ਹੈ? ਕਹਿੰਦੇ ਏਕ ਜੋਤ। ਹੁਣ ਏਕ ਜੋਤ ਦਾ ਅਰਥ ਕੀ ਹੈ? ਵਿਚਾਰਧਾਰਾ ਇੱਕ। ਜਦੋਂ ਬਾਣੀ ਜੋਤ ਸ਼ਬਦ ਆਇਆ ਉਦੋਂ ਪਰਮੇਸ਼ਰ ਵਾਸਤੇ ਆਇਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਰਨ, ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਣੀ। ਜਦੋਂ ਗੁਰਬਾਣੀ ਜੋਤ ਸ਼ਬਦ ਆਇਆ ਉਦੋਂ ਸੱਚ ਵਾਸਤੇ ਆਇਆ, ਪਰਮੇਸ਼ਰ ਵਾਸਤੇ ਆਇਆ, ਅਕਾਲ ਮੂਰਤ ਵਾਸਤੇ ਆਇਆ, ਆਦ ਸੱਚ ਜੁਗਾਦ ਸੱਚ ਲਈ ਆਇਆ। ਉੱਥੇ ਸ਼ਬਦ ਵਰਤਿਆ ਏਕ ਜੋਤ, ਦੋਵਾਂ ਦੀ ਵਿਚਾਰਧਾਰਾ ਇੱਕ ਹੋਵੇ। ਅੱਛਾ, ਵਿਚਾਰਧਾਰਾ ਤੇ ਗਲਤ ਵੀ ਇੱਕ ਹੋ ਸਕਦੀ ਹੈ। ਜੇ ਪਤੀ ਚੋਰੀ ਕਰਦਾ ਤੇ ਪਤਨੀ ਉਹਦੇ ਨਾਲ ਸਹਿਮਤ ਹੋ ਸਕਦੀ, ਵਿਚਾਰਧਾਰਾ ਤੇ ਵੀ ਇੱਕ ਹੋ ਸਕਦੀ। ਜੇ ਪਤੀ ਰਿਸ਼ਵਤ ਲੈਂਦਾ ਤੇ ਪਤਨੀ ਉਹਦੇ ਨਾਲ ਸਹਿਮਤ ਹੋ ਜਾਏ ਤੇ ਵਿਚਾਰਧਾਰਾ ਤੇ ਵੀ ਇੱਕ ਹੈ। ਕੀ ਇਹ ਪ੍ਰਵਾਨ ਹੈ ਜੀ? ਬੋਲੋ ਨਾ। ਇੱਥੇ ਸ਼ਬਦ ਵਰਤਿਆ ਏਕ ਜੋਤ, ਦੋਏ ਮੂਰਤੀ। ਵਿਚਾਰਧਾਰਾ ਵੀ ਇੱਕ ਹੋਵੇ ਤੇ ਵਿਚਾਰਧਾਰਾ ਵੀ ਸੱਚ ਵਾਲੀ ਹੋਵੇ। ਧਨ ਪਿਰ ਕਹੀਆਂ ਸੋਏ, ਉਹ ਹੈ ਪਤੀ ਪਤਨੀ। ਹੁਣ ਇਸ ਕਸਵੱਟੀ 'ਤੇ ਲਾ ਕੇ ਵੇਖੋ ਸਮਾਜ ਵਿੱਚ ਕਿੰਨੇ ਪਤੀ ਪਤਨੀ ਹੋਣਗੇ। ਬੋਲੋ ਸਾਧ ਸੰਗਤ ਜੀ, ਉਹ ਬੋਲੋ ਪਿਆਰਿਓ। ਜੇ ਇਸ ਕਸਵੱਟੀ 'ਤੇ ਲਾ, ਇਹਨੂੰ ਕਹਿੰਦੇ ਕਸਵੱਟੀ, ਜਿਵੇਂ ਮੁਲੰਮੇ ਵਾਲਾ ਗਹਿਣਾ ਤੇ ਕਈਆਂ ਨੇ ਪਾਇਆ ਹੈ, ਪਰ ਜਦੋਂ ਕਸਵੱਟੀ 'ਤੇ ਲਾ ਕੇ ਸੁਨਿਆਰਾ ਵੇਖਦਾ। ਹੁਣ ਇੱਕ ਬਰਾਤ ਵਿੱਚ ਸਾਰਿਆਂ ਨੇ, ਕਿਸੇ ਨੇ ਮੁੰਦਰੀ ਪਾਈ, ਕਿਸੇ ਨੇ ਕੜਾ ਪਾਇਆ, ਪਰ ਜਦੋਂ ਉਹਨੂੰ ਸੁਨਿਆਰਾ ਕਸਵੱਟੀ 'ਤੇ ਲਾ ਕੇ ਵੇਖਦਾ, ਕਹਿੰਦਾ ਇਹਦੇ ਵਿੱਚੋਂ ਗਹਿਣਾ ਤਿੰਨਾਂ ਚੌਂ ਕੋਈ ਹੈ, ਬਾਕੀ ਸਾਰਾ ਨਕਲੀ ਹੈ। ਹੁਣ ਜਦੋਂ ਅਸੀਂ ਕਸਵੱਟੀ 'ਤੇ ਲਾ ਕੇ ਵੇਖਾਂਗੇ, ਜਿੱਥੇ ਵਿਚਾਰਧਾਰਾ ਇੱਕ ਹੈ ਅਤੇ ਵਿਚਾਰਧਾਰਾ ਵੀ ਚੰਗੀ, ਕਿਸੇ ਡਿੱਗੇ ਨੂੰ ਉਠਾਉਣ ਵਾਲੀ, ਕਿਸੇ ਭੁੱਖੇ ਨੂੰ ਪਾਣੀ ਪਿਆਉਣ ਵਾਲੀ, ਕਿਸੇ ਲੋੜਵੰਦ ਦੀ ਹੈਲਪ ਕਰਨ ਵਾਲੀ, ਕਿਸੇ ਦੀ ਮਦਦ ਕਰਨ ਵਾਲੀ ਵਿਚਾਰਧਾਰਾ, ਅਤੇ ਉਹ ਵੀ ਇੱਕ ਹੋਵੇ। ਧਨ ਪਿਰ ਕਹੀਆਂ ਸੋਏ। ਉਹ ਭਾਵੇਂ ਕੱਖਾਂ ਦੀ ਕੁੱਲੀ 'ਚ ਕਿਉਂ ਨਾ ਰਹਿੰਦੇ ਹੋਣ, ਉਹ ਭਾਵੇਂ ਕੱਚੇ ਘਰ 'ਚ ਹੀ ਕਿਉਂ ਨਾ ਰਹਿੰਦੇ ਹੋਣ, ਭਾਵੇਂ ਉਹਨਾਂ ਕੋਲ ਲੋਕਾਂ ਵਾਂਗੂ ਵੱਡੀ ਕਾਰ ਨਾ ਹੋਵੇ, ਭਾਵੇਂ ਉਹਨਾਂ ਦਾ 10, 15, 20 ਬੈਡਰੂਮਾਂ ਵਾਲਾ ਘਰ ਨਾ ਹੋਵੇ, ਭਾਵੇਂ ਉਹਨਾਂ ਕੋਲ ਸਾਧਨ ਕੋਈ ਵੀ ਨਾ ਹੋਵੇ, ਸਧਾਰਨ ਹੀ, ਮੈਂ ਕਹਿੰਦਾ ਮੰਜਾ ਵੀ ਨਾ ਹੋਵੇ, ਬੈੱਡ ਵੀ ਨਾ ਹੋਵੇ ਘਰ ਵਿਛਾਉਣ ਲਈ, ਜ਼ਮੀਨ 'ਤੇ ਕੋਈ ਸਧਾਰਨ ਜਿਹਾ ਕੱਪੜਾ ਵਿਛਾਇਆ ਹੋਵੇ ਅਤੇ ਬੈਠੇ ਹੋਣ। ਬਾਣੀਆਂ ਦੀ ਪਤੀ ਪਤਨੀ ਉਹ ਆ। ਇੱਦਾਂ ਹੀ ਸਿੱਖ ਹੈ। ਵਿਚਾਰਧਾਰਾ ਇੱਕ। ਇੱਦਾਂ ਕਹਿਣ ਨੂੰ ਤਾਂ ਮੈਂ ਵੀ ਕਹਿੰਦਾ ਸਭ ਸਿੱਖਣ ਕੋ, ਸਾਰੇ ਬੋਲੋ ਸਭ ਸਿੱਖਣ ਕੋ ਗੁਰੂ। ਇਹ ਕਹਿੰਦੇ ਕਈ ਗੱਲ ਮੇਰੀ ਜ਼ੁਬਾਨ ਨੇ। ਕੀ ਮਨ ਸਹਿਮਤ ਹੈਗਾ ਇਹਦੇ ਨਾਲ? ਬੋਲੋ ਸਾਧ ਸੰਗਤ ਜੀ, ਇਹ ਚੀਜ਼ ਨਾਲ ਮਨ ਸਹਿਮਤ ਹੈ? ਜੇ ਮਨ ਇਹਦੇ ਨਾਲ ਸਹਿਮਤ ਹੁੰਦਾ, ਦੁਨੀਆ 'ਤੇ ਪਖੰਡ ਕਿਉਂ ਫੈਲਦਾ, ਡੇਰਾਵਾਦ ਕਿਉਂ ਵੱਧਦਾ? ਜੇ ਇਸ ਗੱਲ ਨਾਲ ਮਨ ਵੀ ਮੇਰਾ ਸਹਿਮਤ ਹੋਵੇ ਤਾਂ ਮੈਂ ਦੇਹਧਾਰੀਆਂ ਦੀ ਪੂਜਾ ਕਿਉਂ ਕਰਦਾ? ਮੈਂ ਜਿਹੜਾ ਅਦਬ ਕਿਸੇ ਭੇਖੀ ਨੂੰ ਦੇਣਾ, ਮੈਂ ਆਪਣੇ ਬਾਪ ਨੂੰ ਦਿੰਦਾ, ਆਪਣੀ ਮਾਂ ਨੂੰ ਦਿੰਦਾ, ਆਪਣੀ ਦਾਦੀ ਨੂੰ ਦਿੰਦਾ। ਉਹਨੂੰ ਲੋੜ ਪੈਂਦੀ, ਉਹਦੀਆਂ ਲੱਤਾਂ ਧੋਂਦਾ, ਪੈਰ ਧੋਂਦਾ, ਉਹਦਾ ਮੱਥਾ ਦਬਾਉਂਦਾ, ਅਤੇ ਉਹ ਵੀ ਅਸੀਸ ਦਿੰਦੀ। ਪੁੱਤਰ, ਇਹੋ ਜਿਹੇ ਬੱਚੇ ਹਰ ਇੱਕ ਨੂੰ ਰੱਬ ਦੇਵੇ। ਜ਼ੁਬਾਨ ਕਹਿ ਦਿੰਦੀ ਹੈ ਸਭ ਸਿੱਖਣ ਕੋ ਹੁਕਮ ਹੈ, ਬੋਲੋ ਜੀ, ਪਰ ਮਨ ਇਹਦੇ ਨਾਲ ਸਹਿਮਤ ਹੈ ਹੀ ਨਹੀਂ। ਹੁਣ ਜੇ ਅਸੀਂ ਗੁਰੂ ਨਾਲ ਇੰਜ ਕਰਦੇ ਹਾਂ ਅਤੇ ਕੱਲ੍ਹ ਨੂੰ ਸਾਡਾ ਬੱਚਾ ਇੰਜ ਕਵੇ ਸਾਨੂੰ, ਮੈਨੂੰ ਮਾਣ ਹੈ ਕਿ ਮੇਰਾ ਬਾਪੂ ਕਿੱਡਾ ਵਧੀਆ, ਅਤੇ ਜੇ ਬੱਚਾ ਅੰਦਰੋਂ ਸਹਿਮਤ ਨਾ ਹੀ ਹੋਵੇ ਬਾਪੂ ਨਾਲ, ਫਿਰ ਚੰਗਾ ਲੱਗੂਗਾ ਜੀ ਆਪਣਾ ਪੁੱਤ? ਬੋਲ ਕੇ ਦੱਸਿਓ ਜੀ। ਜੇ ਭਰਾ ਬਾਰੇ, ਰਿਸ਼ਤੇਦਾਰਾਂ ਬਾਰੇ ਅਸੀਂ ਇਹ ਵਿਚਾਰ ਆਪਣੇ ਮਨ 'ਚ ਰੱਖੀਏ, ਸੋਚ ਕੇ ਵੇਖੋ ਭਲਾ। ਹੁਣ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ।
ਜੇ ਮਨ ਦਾ ਚੈਨ ਚਾਹੁੰਦੇ ਹੋ ਤਾਂ ਪ੍ਰਭੂ ਦਾ ਨਾਮ ਜਪੋ। ਅਤੇ ਨਾਮ ਵੀ ਬੜਾ ਜਪਿਆ ਜਾ ਰਿਹਾ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਰਾਮ ਰਾਮ ਕਰਤਾ ਸਭ ਰਾਮ ਨਾ ਪਾਇਆ। ਜੇਤਾ ਪੜ੍ਹਿਆ, ਹੁਣ ਤੁਸੀਂ ਆਪ ਵੇਖ ਲਓ, ਨਾਮ ਵੀ ਬੜਾ ਜਪਿਆ ਜਾ ਰਿਹਾ। ਫਿਰ ਨਾਮ ਦੀ ਡੈਫੀਨੇਸ਼ਨ ਕੀ ਹੈ? ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਗੁਰੂ ਦੀ ਮਤ ਨਾਮ ਹੈ, ਗੁਰੂ ਦੀ ਸਿੱਖਿਆ ਨਾਮ ਹੈ, ਗੁਰੂ ਦਾ ਉਪਦੇਸ਼ ਨਾਮ ਹੈ, ਜਿਹੜਾ ਮੇਰੀ ਜ਼ਿੰਦਗੀ ਦੀ ਰਹਿਰਾਸ ਹੈ, ਕੀਰਤੀ ਹੈ, ਜਿਹੜੀ ਮੇਰੀ ਜ਼ਿੰਦਗੀ ਦੀ ਰਾਸ ਪੂੰਜੀ ਹੈ। ਜਿਵੇਂ ਤੁਸੀਂ ਆਪਣੇ ਘਰੋਂ ਜਾਣਾ ਹੁੰਦਾ ਅਤੇ ਆਪਣੇ ਘਰੋਂ ਅਸੀਂ ਜਾਂਦੇ ਹਾਂ, ਓਨਾ ਕੁ ਸਮਾਨ ਨਾਲ ਲੈ ਕੇ ਜਾਂਦੇ। ਜੇ ਇੱਕ ਰਾਤ ਰਹਿਣਾ ਉਹਨਾਂ, 2 ਰਾਤਾਂ ਰਹਿਣਾ ਉਸ ਹਿਸਾਬ ਨਾਲ, 4 ਰਾਤਾਂ ਰਹਿਣਾ ਉਸ ਹਿਸਾਬ ਨਾਲ ਲੈ ਕੇ ਜਾਂਦੇ ਹਾਂ ਨਾ। ਐਸਾ ਤਾਂ ਨਹੀਂ ਵੀ ਆਪਾਂ ਰਹਿਣਾ ਕਿਤੇ ਹੋਵੇ ਅਤੇ ਖਾਲੀ ਹੱਥ ਚਲੇ ਜਾਈਏ। ਕਿਉਂ ਸਾਧ ਸੰਗਤ ਜੀ? ਜਦੋਂ ਆਪਾਂ ਆਪਣੇ ਘਰੋਂ ਤੁਰਦੇ ਹਾਂ, ਜੇ ਤਾਂ ਮੈਨੂੰ ਪਤਾ ਵੀ ਸਵੇਰੇ ਜਾ ਕੇ ਸ਼ਾਮ ਨੂੰ ਘਰ ਆ ਜਾਣਾ, ਫਿਰ ਮੈਨੂੰ ਪਤਾ ਵੀ ਮੈਨੂੰ ਸਮਾਨ ਦੀ ਲੋੜ ਹੀ ਨਹੀਂ। ਪਰ ਜੇ ਪਤਾ ਤੁਸੀਂ 4 ਰਾਤਾਂ ਨਹੀਂ ਆਉਣਾ ਉੱਥੋਂ, ਅਤੇ ਫਿਰ ਤੁਸੀਂ ਪ੍ਰਬੰਧ ਕਰਕੇ ਖੜਦੇ ਹੋ ਕਿ ਨਹੀਂ? ਬੋਲੋ ਸਾਧ ਸੰਗਤ ਜੀ। ਉਹ ਜਿਹੜਾ ਪ੍ਰਬੰਧ ਕੀਤਾ ਨਾ, ਉਹ ਤੁਹਾਡੀ ਰਸਤੇ ਦੀ ਰਾਸ ਪੂੰਜੀ ਹੈ। ਭਾਵੇਂ ਉਹ ਕੱਪੜਾ ਹੈ, ਭਾਵੇਂ ਖਾਣਾ ਹੈ, ਭਾਵੇਂ ਰਸਤੇ 'ਚ ਤੁਸੀਂ ਕੋਈ ਬੱਸ ਦਾ, ਟ੍ਰੇਨ ਦਾ, ਜੋ ਵੀ ਕਿਰਾਇਆ ਲਾਉਣਾ, ਉਹਦੇ ਪੈਸੇ ਨੇ। ਸਰੀਰ ਨੂੰ ਲੋੜ ਹੈ ਉਹਦੀ। ਇੱਦਾਂ ਹੀ ਮਨ ਦੀ ਜਿਹੜੀ ਰਸਤੇ ਦੀ ਰਾਸ ਪੂੰਜੀ, ਉਹਨੂੰ ਰਹਿਰਾਸ ਕਹਿੰਦੇ ਆ। ਪਰ ਉਹ ਜਿਹੜੀ ਸ਼ਾਮਾਂ ਨੂੰ ਪੜ੍ਹਦੇ ਆ, ਰਹਿਰਾਸ ਮੇਰੀ ਰਸਤੇ ਦੀ ਰਾਸ ਪੂੰਜੀ, ਹਰ ਕੀਰਤ ਹਮਰੀ ਰਹਿਰਾਸ। ਹਰੀ ਦੀ ਕੀਰਤੀ ਹੀ ਮੇਰੇ ਮਨ ਦੀ ਰਾਸ ਪੂੰਜੀ ਹੈ। ਸਰੀਰ ਨੂੰ ਭੁੱਖ ਲੱਗੂ, ਮੇਰੇ ਨਾਲ ਲਿਆਇਆ, ਖਾ ਸਕਦਾ। ਕੱਪੜੇ ਦੀ ਲੋੜ ਹੈ, ਮੈਂ ਨਾਲ ਲਿਆਇਆ। ਜਦੋਂ ਮਨ ਨੂੰ ਲੋੜ ਪੈਂਦੀ ਹੈ, ਰਸਤੇ ਦੀ ਰਾਸ ਪੂੰਜੀ ਸਾਡੇ ਕੋਲ। ਬੋਲੋ ਸਾਧ ਸੰਗਤ ਜੀ, ਹੈਗੀ ਮਨ ਦੀ ਰਾਸ ਪੂੰਜੀ? ਮਨ ਦੀ ਰਾਸ ਪੂੰਜੀ ਹੈ ਹੀ ਨਹੀਂ। ਤਾਈਓ ਅੱਜ ਮਨ ਭਖੂ ਕਰ ਰਹੇ। ਤਾਈਓ ਉਹ ਬਿਮਾਰੀਆਂ ਜਿਹੜੀਆਂ ਦਾ ਕਦੀ ਨਾਂ ਨਹੀਂ ਸੀ ਸੁਣਿਆ, ਅਤੇ ਅੱਜ ਸਾਡੇ ਘਰਾਂ 'ਚ ਪ੍ਰਵੇਸ਼ ਕਰ ਚੁੱਕੀਆਂ ਨੇ। ਕਿਉਂ? ਕਿਉਂਕਿ ਮਨ ਰੋਗੀ ਹੈ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਖਸਮ ਭੁਲਾਇਆ ਮਨ ਨੇ, ਰੋਗ ਆ ਗਿਆ ਤਨ 'ਤੇ। ਕਿਉਂ ਜੀ? ਜਦੋਂ ਬੰਦਾ ਲਾਲਚ ਵਸ ਕੋਈ ਚੀਜ਼ ਖਾਂਦਾ, ਬੰਦੇ ਦਾ ਮਨ ਕਰਦਾ ਕਿ ਤਨ ਕਰਦਾ ਖਾਣ ਨੂੰ? ਉੱਚੀ ਬੋਲ ਕੇ ਦੱਸਿਓ। ਖਾਧੀ ਮਨ ਕਰਕੇ, ਸਜ਼ਾ ਕਿਹਨੂੰ ਮਿਲੀ? ਤਨ ਨੂੰ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ। ਅੱਛਾ, ਕਮਾਲ ਦੀ ਗੱਲ ਵੇਖੋ, ਜਿਹੜਾ ਗੁਰਦਾ ਖਰਾਬ ਹੋਇਆ ਸਰੀਰ ਦਾ, ਤੜਫਦਾ ਫਿਰ ਮਨ ਹੈ। ਅਟੈਚ ਹੈ ਨਾ ਆਪਸ ਵਿੱਚ, ਸਾਂਝ ਜੋ ਹੈ। ਜਦੋਂ ਸਰੀਰ 'ਚ ਕੋਈ ਪੀੜਾ ਨਿਕਲਣੀ ਹੈ, ਡੈਮੇਜ ਸਰੀਰ ਹੋਣਾ ਹੈ, ਅਤੇ ਤੜਫਣਾ ਫਿਰ ਮਨ ਨੇ ਹੈ, ਕਿਉਂਕਿ ਆਪਸ ਵਿੱਚ ਸਾਂਝ ਜੋ ਹੈ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਲਗਭਗ 2-3 ਫੁੱਟ ਉੱਚਾ ਰੱਖ ਕੇ ਪ੍ਰਕਾਸ਼ ਕੀਤਾ ਹੈ। ਅਸੀਂ ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ। ਕਾਸ਼ ਅਸੀਂ ਜਿੰਨਾ ਜ਼ੋਰ ਬਾਹਰੀ ਤੌਰ 'ਤੇ ਸਤਿਕਾਰ 'ਤੇ ਲਾਤਾ ਨਾ, ਉਹਦੇ ਵਿੱਚੋਂ 1-2% ਵੀ ਕਿਤੇ ਅਸੀਂ ਇਹਨੂੰ ਮੰਨਣ 'ਤੇ ਲਾ ਦਿੰਦੇ ਨਾ, ਅੱਜ ਜ਼ਿੰਦਗੀ ਦਾ ਤਰੀਕਾ ਹੀ ਹੋਰ ਕੁਝ ਹੋਰ ਹੁੰਦਾ। ਪਰ ਆਹ ਬੜਾ ਕਮਾਲ ਦਾ ਤਰੀਕਾ ਹੈ, ਇਹ ਤਾਂ ਬਹੁਤਾ ਹੀ ਚੰਗਾ ਲੱਗਦਾ। ਇੱਦਾਂ ਆਉਂਦੇ ਹਾਂ, ਹੱਥ ਜੋੜਦੇ ਹਾਂ, ਪਰਿਕਰਮਾ ਕਰਦੇ ਹਾਂ, ਗੋਲ 'ਚ 10 ਪਾਉਂਦੇ ਹਾਂ, ਮੱਥਾ ਇੱਦਾਂ ਪਰਿਕਰਮਾ ਕਰਦੇ ਹਾਂ, ਦੇਗ ਲੈਂਦੇ ਹਾਂ, ਅਤੇ ਘਰ ਨੂੰ ਚਲੇ ਜਾਂਦੇ ਹਾਂ। ਅਤੇ ਜਾਣ ਲੱਗਿਆ ਕਹਿੰਦੇ ਨੇ, ਲੈ ਬਾਪੂ ਅੱਜ ਦੀ ਹਾਜ਼ਰੀ ਪ੍ਰਵਾਨ ਕਰ ਲਈ, ਕੱਲ੍ਹ ਨੂੰ ਫੇਰ ਆਊਂ ਜੇ ਜਿਉਂਦਾ ਰਿਹਾ। ਅਤੇ ਜੇ ਰੋਜ਼ ਬੱਚਾ ਸਕੂਲੇ ਇੰਜ ਕਰੇ, ਸਾਧ ਸੰਗਤ ਜੀ, ਪੜ੍ਹ ਸਕਦਾ ਜੀ? ਬੋਲ ਕੇ ਦੱਸਿਓ। ਬੋਲੋ ਸਾਧ ਸੰਗਤ ਜੀ, ਪੜ੍ਹ ਸਕਦਾ? ਇੰਟੈਲੀਜੈਂਟ ਬਣ ਸਕਦਾ? ਉਹਨੂੰ ਕਿੰਨੇ ਘੰਟੇ ਸਕੂਲ ਲਾਉਣੇ ਪੈਂਦੇ ਰੋਜ਼? ਮੈਂ ਨਹੀਂ ਕਹਿੰਦਾ ਉਨੇ ਲਾਓ, ਇੱਥੇ ਤਾਂ ਥੋੜ੍ਹਾ ਸਮਾਂ ਵੀ ਬੈਠੋ, ਪਰ ਜਿੰਨਾ ਸਮਾਂ ਬੈਠੋ ਕੁਝ ਸਿੱਖਣ ਲਈ ਬੈਠੋ, ਕੁਝ ਵਿਚਾਰਨ ਲਈ ਬੈਠੋ। ਪਾਤਸ਼ਾਹ ਕਹਿੰਦੇ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਪ੍ਰਭੂ ਦਾ ਨਾਮ ਕੀ ਆ? ਵਿਣ ਗੁਣ ਕੀਤੇ। ਸਾਧ ਸੰਗਤ ਜੀ, ਸੌਖੀਆਂ ਤੁਕਾਂ ਨੇ ਸਾਰੇ ਬੋਲਿਆ ਕਰੋ। ਵਿਣ ਗੁਣ ਕੀਤੇ, ਬਿਨਾਂ ਗੁਣਾ ਤੋਂ ਕੋਈ ਭਗਤੀ ਨਹੀਂ। ਗੁਣ ਹੀ ਇਬਾਦਤ ਹੈ, ਗੁਣ ਹੀ ਬੰਦਗੀ ਹੈ। ਜੇ ਗੁਣ ਨਹੀਂ ਤਾਂ ਕੋਈ ਬੰਦਗੀ ਨਹੀਂ ਹੈ, ਕੋਈ ਪਾਠ ਨਹੀਂ ਹੈ, ਕੋਈ ਪੂਜਾ ਨਹੀਂ ਹੈ। ਗੁਣ ਜ਼ਿੰਦਗੀ 'ਚ ਆਉਣੇ ਨੇ, ਸਿੱਖਣੇ ਨੇ, ਜਿਹੜੇ ਰੋਜ਼ ਆਪਾਂ। ਮੈਂ ਪਹਿਲਾਂ ਕਹੀ ਸੀ ਨਾ ਗੱਲ, ਮੱਝ ਜਿਉਂ ਜੰਮੀ ਮੱਝ ਹੀ ਹੈ, ਪਸ਼ੂ ਜਿੱਦਾਂ ਦਾ ਜੰਮਿਆ ਉੱਦਾਂ ਦਾ ਹੀ ਹੈ, ਇੱਕੋ ਬੰਦਾ ਹੀ ਹੈ।
ਜਿਹੜਾ ਸਾਰੇ ਰੂਪ ਹੀ ਧਾਰਨ ਕਰਕੇ ਬੈਠਾ ਹੈ। ਇੱਕੋ ਇਨਸਾਨ ਹੈ। ਜਦੋਂ ਕਾਂ ਵਾਸ਼ਨਾਵਾਂ ਜ਼ੋਰ ਪਾਉਂਦੀਆਂ ਹਾਥੀ ਬਣ ਜਾਂਦਾ, ਜਦੋਂ ਜ਼ੁਬਾਨ ਦੇ ਚਸਕੇ ਜ਼ੋਰ ਪਾਉਂਦੇ ਮੱਛੀ ਬਣ ਜਾਂਦਾ, ਜਦੋਂ ਪਰਾਰੂਪ ਤੱਕਣ ਦੀ ਆਦਤ ਹੈ ਉਦੋਂ ਪਤੰਗਾ ਬਣ ਜਾਂਦਾ ਹੈ, ਜਦੋਂ ਲਾਲਚ ਹੁੰਦਾ ਹੈ ਉਦੋਂ ਕੂਕਰ ਬਣ ਜਾਂਦਾ ਹੈ। ਇੱਕੋ ਬੰਦਾ ਵਾ ਜਿਹੜਾ ਕਈ ਰੂਪ ਲੈ ਕੇ ਜ਼ਿੰਦਗੀ ਜੂ ਰਿਹਾ। ਇਸ ਨੂੰ ਵੇਖ ਕੇ ਮਹਾਰਾਜ ਨੂੰ ਕਹਿਣਾ ਪੈਂਦਾ ਕਰਤੂਤ ਪਸ਼ੂ ਕੀ ਲੋਕ ਪਚਾਰਾ। ਮਹਾਰਾਜ ਨੇ ਕੀ ਵੇਖਿਆ ਜਿਹੜਾ ਕਰਤੂਤ ਪਸ਼ੂ ਕੀ ਜਾਤ ਕਹਿਤਾ? ਇੱਕ ਬੰਨੇ ਆਂਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇੱਕ ਬੰਨੇ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਪ੍ਰਭ ਜੀ ਕੋ ਨਾਮ ਜਪਤ। ਨਾਮ ਜਪਣਾ ਕੀ ਹੈ? ਗੁਣ ਧਾਰਨ ਕਰਨੇ, ਆਪਣੇ ਵਿੱਚ ਚੰਗਿਆਈ। ਗੁਣ ਧਾਰਨ ਕਰਨ ਦਾ ਅਰਥ ਕੀ ਹੈ? ਜੇ ਤੂੰ ਬੰਦਾ ਹੈ ਨਾ, ਤੇਰੇ 'ਚ ਬੰਦਿਆਂ ਵਾਲੇ ਗੁਣ ਹੋਣ। ਅੱਜ ਦਿਸ ਬੰਦਾ ਰਿਹਾ ਪਰ ਬੰਦਾ ਹੈ ਥੋੜ੍ਹਾ ਹੈਗਾ। ਜਿਹੜਾ ਬੰਦਾ ਆਪਣੀ ਮਾਂ ਦਾ ਕਤਲ ਇੱਕ ਕੁਝ ਪੈਸੇ ਲਈ ਕਰਦਾ ਉਹਨੂੰ ਬੰਦਾ ਕਹੋਗੇ ਤੁਸੀਂ? ਜਿਹੜਾ 4 ਛਿਲੜਾਂ ਲਈ ਰਿਸ਼ਤਾ ਤੋੜ ਦਿੰਦਾ ਤੁਸੀਂ ਉਹਨੂੰ ਬੰਦਾ ਕਹੋਗੇ? ਬੋਲੋ ਸਾਧ ਸੰਗਤ ਜੀ। ਜਿਹੜਾ ਸਰਕਾਰੀ ਨੌਕਰੀ ਕਰਦੇ ਹੋਇਆਂ ਵੀ ਰਿਸ਼ਵਤ ਤੋਂ ਬਿਨਾਂ ਕਿਸੇ ਦਾ ਜਾਇਜ਼ ਕੰਮ ਕਰਨ ਨੂੰ ਤਿਆਰ ਨਹੀਂ, ਉਹ ਇਨਸਾਨ ਹੈ? ਫਿਰ ਬਾਣੀ ਇਹੋ ਤਾਂ ਕਹਿੰਦੀ ਹੈ ਤੂੰ ਕੱਖ ਨਾ ਕਰ, ਤੂੰ ਇਨਸਾਨ ਬਣ ਜਾ। ਇਹੋ ਇਬਾਦਤ ਹੈ। ਤੂੰ ਆਪਣੀ ਜ਼ਿੰਦਗੀ 'ਚ ਇਮਾਨਦਾਰੀ ਲੈ ਆ। ਇਹ ਤੋਂ ਵੱਡੀ ਤੇ ਬੰਦਗੀ ਹੈ ਨਹੀਂ, ਇਬਾਦਤ ਹੀ ਹੈ ਨਹੀਂ ਪਰਮੇਸ਼ਰ ਦੀ। ਇਸੇ ਗੱਲ 'ਤੇ ਮਹਾਰਾਜ ਨੇ ਜ਼ੋਰ ਦਿੱਤਾ ਹੈ। ਕਹਿੰਦੇ ਪ੍ਰਭ ਜੀ ਕੋ ਨਾਮ। ਅੱਛਾ ਤੂੰ ਚਾਹੁੰਦਾ ਹੈ ਮਨ ਦੀ ਸ਼ਾਂਤੀ, ਤੇ ਕੰਮ ਉਹ ਕਰ ਰਹੇ ਹੈ ਜਿਹਦੇ ਨਾਲ ਤੇਰੀ ਜ਼ਿੰਦਗੀ 'ਚ ਅਸ਼ਾਂਤੀ ਫੈਲੇ। ਯਤਨ ਬਹੁਤ ਸੁਖ ਕੇ ਕੀਏ, ਅੱਗੇ ਦੁੱਖ ਕੋ ਕੀਓ ਨਾ ਕੋਏ। ਜਿੰਨੇ ਵੀ ਯਤਨ ਕੀਤੇ ਸੁਖ ਲਈ ਕੀਤੇ, ਦੁੱਖ ਲਈ ਇੱਕ ਵੀ ਨਹੀਂ ਕੀਤਾ। ਹੁਣ ਸਵਾਲ ਪੈਦਾ ਹੋ ਗਿਆ ਜੇ ਕੀਤੇ ਸਾਰੇ ਸੁਖ ਲਈ ਤੇ ਦੁੱਖ ਆਇਆ ਕਿੱਥੋਂ? ਜੇ ਕੀਤੇ ਯਤਨ ਸੁਖ ਲਈ ਸੀ, ਦੁੱਖ ਆਇਆ ਕਿੱਥੋਂ? ਬਸ ਅਜੇ ਤੱਕ ਸਾਨੂੰ ਪਤਾ ਹੀ ਇਹ ਨਹੀਂ ਹੈਗਾ ਜਿਹੜੇ ਕੰਮ ਨੂੰ ਮੈਂ ਸੁੱਖ ਸਮਝ ਕੇ ਕਰ ਰਿਹਾ ਨਾ, ਵਾਸਤਵ 'ਚ ਉਹ ਕੰਮ ਹੀ ਦੁੱਖਾਂ ਵਾਲੇ ਨੇ। ਬੰਦਾ ਨਸ਼ਾ ਪੀਂਦਾ ਕਾਹਦੇ ਲਈ ਭਲਾ? ਸੁਖੀ ਹੋਣ ਲਈ ਪੀਂਦਾ ਨਾ। ਰਾਤ ਨੂੰ ਪੀ ਕੇ ਸੌਵਾਂ, ਨੀਂਦ ਵਧੀਆ ਆਊ। ਕਿਉਂ ਜੀ? ਉਹਨੇ ਕਦੀ ਸੋਚਿਆ ਵੀ ਮੇਰੀ ਪਤਨੀ ਇਸ ਨਸ਼ੇ ਪੀਣ ਨਾਲ ਸੁਖੀ ਹੈ ਕਿ ਦੁਖੀ ਹੈ? ਬੋਲੋ ਸਾਧ ਸੰਗਤ ਜੀ। ਕਦੀ ਉਹਨੇ ਇਹ ਸੋਚਿਆ ਵੀ ਮੇਰਾ ਪੁੱਤਰ, ਮੇਰੀ ਧੀ, ਮੇਰੇ ਬੱਚੇ ਉਹ ਇਸ ਨਸ਼ਾ ਪੀਣ ਨਾਲ ਸੁਖੀ ਆ ਕਿ ਦੁਖੀ ਆ? ਦੁਖੀ ਆ। ਤੇ ਅਰਦਾਸ ਕਿਹੜੀ ਕੀਤੀ ਜਾ ਰਹੀ ਹੈ? ਨਾਨਕ ਨਾਮ ਚੜ੍ਹਦੀ ਕਲਾ। ਅੱਗੇ ਤੇ ਜੇ ਅੱਗੇ ਪਾਪਾ ਪਿੱਛੋਂ ਬੱਚੇ ਬੋਲ ਪਣ ਪਾਪਾ ਜੀ ਸਾਰਿਆਂ ਦਾ ਭਲਾ ਨਾ ਕਰੋ, ਪਹਿਲਾਂ ਸਾਡਾ ਕਰ ਦਿਓ। ਬੋਲੋ ਜੀ, ਉਹ ਬੋਲੋ ਸਾਧ ਸੰਗਤ ਜੀ। ਜੇ ਬੱਚੇ ਪਿੱਛੋਂ ਬੋਲਣ ਪਾਪਾ ਜੀ ਤੁਸੀਂ ਸਾਰਿਆਂ ਦਾ ਭਲਾ ਨਾ ਕਰਿਓ, ਪਹਿਲਾਂ ਆਪਣੇ ਘਰ ਦਾ ਹੀ ਕਰ ਲਓ। ਤੇ ਘਰ ਦਾ ਭਲਾ ਕਿੱਦਾਂ ਹੋਣਾ? ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ। ਪਾਪਾ ਜੀ ਨਾ ਪੀਓ ਸ਼ਰਾਬ। ਅੱਗੇ ਭੈਣੋ ਤੁਸੀਂ ਬੋਲਦੇ ਹੋ ਉਧਰੋਂ ਤੇ ਆਵਾਜ਼ ਘੱਟ ਆ ਰਹੀ ਆ। ਮੈਨੂੰ ਪਤਾ ਤੁਹਾਡੇ 'ਚ ਕੋਈ ਨਸ਼ਾ ਕਰਨ ਵਾਲਾ ਨਹੀਂ ਬੈਠਾ, ਪਰ ਸੋਚ ਕੇ ਵੇਖੋ ਅੱਜ ਇਨਸਾਨ ਕਿੱਥੇ ਪਹੁੰਚ ਗਿਆ। ਹੁਣ ਪਾਤਸ਼ਾਹ ਦੀ ਬਾਣੀ ਕਹਿੰਦੀ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੇ ਸਭ ਤੱਕ। ਬਹੁ ਪ੍ਰਕਾਰ ਦਾ ਅਰਥ ਕੀ ਹੈ? ਬੜਿਆਂ ਤਰੀਕਿਆਂ ਨਾਲ ਲੋਕ ਲੱਭਦੇ ਫਿਰਦੇ ਆ ਮਨ ਦੀ ਸ਼ਾਂਤੀ। ਕੋਈ ਆਂਦਾ ਮੈਂ ਪਹਾੜਾਂ 'ਤੇ ਚਲਾ ਜਾਵਾਂ। ਵੇਖੋ ਹੁਣ ਜਿੱਦਾਂ ਅਸੀਂ ਇੱਥੇ ਆਏ ਹਾਂ, ਅਸੀਂ ਆਖਿਆ ਕਿੰਨੀ ਸ਼ਾਂਤੀ ਆ ਵੀ ਇੱਥੇ। ਕੋਈ ਬੰਦਾ ਇਹ ਤੋਂ ਅੱਗੇ ਘੁੰਮਣਾ ਚਾਹੁੰਦਾ, ਕਹਿੰਦਾ ਯਾਰ ਇੱਥੇ ਨਹੀਂ ਉੱਥੇ ਚੱਲੀਏ। ਇੱਦਾਂ ਹੀ ਹੋ ਰਿਹਾ ਸਾਧ ਸੰਗਤ ਜੀ। ਜਿਵੇਂ ਇੱਕ ਬੰਦਾ ਦੂਜੇ ਦੇ ਘਰ ਜਾਂਦਾ, ਕਹਿੰਦਾ ਕਿੰਨਾ ਵਧੀਆ ਘਰ ਹੈ ਜੀ, ਕਿੰਨੇ ਵਧੀਆ ਪਰਿਵਾਰ ਨਾਲ ਰਹਿੰਦੇ ਆ। ਉਹਨੂੰ ਆਪਣਾ ਘਰ ਨਾਲੋਂ ਦੂਜੇ ਦਾ ਘਰ ਚੰਗਾ ਲੱਗੀ ਜਾਂਦਾ। ਕਹਿੰਦਾ ਮੇਰਾ ਜੀ ਕਰਦਾ ਮੈਂ ਪੱਖੇ ਨਾਲ ਰੱਸਾ ਬਣ ਕੇ ਫਾਹ ਹੀ ਲੈ ਲਾਂ, ਉਹ ਘਰ ਮੇਰੇ ਨਾਲੋਂ ਚੰਗਾ ਹੈ। ਸਾਨੂੰ ਸਾਰਿਆਂ ਨੂੰ ਇਹ ਕਿਉਂ ਲੱਗੀ ਜਾਂਦਾ? ਮੈਨੂੰ ਇਹ ਕਿਉਂ ਲੱਗੀ ਜਾਂਦਾ ਆਹ ਦੇਸ਼ ਮਾੜਾ, ਆਹ ਪਿੰਡ ਮਾੜਾ, ਉਹ ਚੰਗਾ ਹੈ? ਮਾਫ਼ ਕਰਨਾ, ਸੁੱਖ ਦਾ ਸੰਬੰਧ ਤੁਹਾਡੇ ਇੱਥੋਂ ਨਾਲ ਹੈ, ਸਮੇਂ ਸਥਾਨ ਨਾਲ ਨਹੀਂ ਹੈ। ਜੇ ਮੈਨੂੰ ਇੱਥੇ ਸੁੱਖ ਨਹੀਂ ਮਿਲਿਆ, ਮੈਂ ਭਾਵੇਂ ਜਿਹੜੇ ਮਰਜ਼ੀ ਸ਼ਹਿਰ ਚਲਾ ਜਾਵਾਂ, ਬਾਹਰ ਦੀਆਂ ਚੀਜ਼ਾਂ ਮੈਨੂੰ ਸੁਖੀ ਨਹੀਂ ਕਰ ਸਕਦੀਆਂ। ਕਰ ਸਕਦੀਆਂ ਜੀ? ਬੋਲੋ ਸਾਧ ਸੰਗਤ ਜੀ, ਕਰ ਸਕਦੀਆਂ? ਕਿੱਦਾਂ ਕਰ ਦੇਣਗੀਆਂ ਉਹ? ਹੁਣ ਧਿਆਨ ਨਾਲ ਸੁਣਿਓ, ਆਹ ਜਿਹੜੇ ਫੁੱਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਏ ਆ, ਇਹ 'ਚ ਸੁਗੰਧੀ ਆ ਸਕਦੀ ਆ? ਵੇਖਣ ਨੂੰ ਸੋਹਣੇ ਲੱਗਦੇ ਆ, ਪਰ ਸੁਗੰਧੀ ਉਹ 'ਚ ਹੋਣੀ ਆ ਜਿਹੜਾ ਧਰਤੀ 'ਚ ਉੱਗਿਆ। ਬਸ ਇੱਦਾਂ ਸਮਝੋ, ਜਿਹੜੀ ਮੈਨੂੰ ਵਕਤੀ ਤੌਰ 'ਤੇ ਖੁਸ਼ੀ ਮਿਲਣੀ ਹੈ ਨਾ, ਉਹ ਇਹਨਾਂ ਫੁੱਲਾਂ ਵਰਗੀ ਹੈ
ਜਿਹੜੀ ਵੇਖਣ ਨੂੰ ਸੋਹਣੀ ਆ ਪਰ ਇਹਨੂੰ ਸੁਗੰਧੀ ਨਹੀਂ ਦੇ ਸਕਦੀ। ਸਮਝ ਆ ਰਹੀ ਪਿਆਰਿਓ? ਵੇਖਣ ਨੂੰ ਸੋਹਣੀ ਆ ਨਾ, ਹੋ ਸਕਦਾ ਜਿਹੜੇ ਫੁੱਲ 'ਚੋਂ ਸੁਗੰਧੀ ਆਉਂਦੀ ਵੇਖਣ ਨੂੰ ਇੰਨਾ ਸੋਹਣਾ ਨਾ ਲੱਗਦਾ ਹੋਵੇ, ਪਰ ਜਦੋਂ ਬੰਦਾ ਬਗੀਚੇ 'ਚੋਂ ਲੰਘਦਾ, ਗਾਰਡਨ 'ਚੋਂ ਲੰਘਦਾ, ਨਾਸਾਂ ਦੱਸ ਦਿੰਦੀਆਂ, ਐਨ ਬ੍ਰੇਨ ਤੱਕ ਤਰੋ ਤਾਜ਼ੀ ਹਵਾ ਜਦੋਂ ਜਾਂਦੀ ਹੈ, ਆਹਾ ਕਰ ਉੱਠਦਾ ਬੰਦਾ। ਹੁਣ ਇਹ ਫੁੱਲ ਆਪਾਂ ਭਾਵੇਂ ਆਪਣੇ ਘਰ ਜਿੰਨੇ ਮਰਜ਼ੀ ਲਾ ਦਈਏ, ਇੱਕ ਫਾਇਦਾ ਹੈਗਾ ਇਹਦਾ, ਕੀ ਭਲਾ? ਪਾਣੀ ਦੇਣ ਦੀ ਲੋੜ ਨਹੀਂ। ਕਿਉਂ ਸਾਧ ਸੰਗਤ ਜੀ? ਇੱਕੋ ਫਾਇਦਾ ਨਾ, ਵੀ ਪਾਣੀ ਨਾ ਦਿਓ, ਸਾਫ਼ ਸੁਥਰੇ ਕਰਕੇ ਰੱਖ ਦਿਓ, ਪਰ ਇਹ ਤੁਹਾਨੂੰ ਤਰੋ ਤਾਜ਼ਗੀ ਦੇ ਸਕਦੇ ਜੀ, ਜਿਹੜੀ ਤੁਹਾਨੂੰ ਸੁਗੰਧੀ ਅਸਲੀ ਫੁੱਲਾਂ ਨੇ ਦੇਣੀ ਹੈ। ਅੱਜ ਇਨਸਾਨ ਵੀ ਆਪਣੀ ਜ਼ਿੰਦਗੀ 'ਚ ਕੀ ਕਰ ਰਿਹਾ ਭਲਾ? ਨਕਲੀ ਹਾਸਾ ਹੱਸ ਰਿਹਾ। ਕੋਈ ਕਿਸੇ ਕਮੇਡੀਅਨ ਦਾ ਕੋਈ ਕਲਿੱਪ ਲਾਉਂਦਾ, 10 ਮਿੰਟ ਹਾ ਕਰਕੇ ਹੱਸਦਾ। ਇਹ ਹਾਸਾ ਪਤਾ ਕਿੱਦਾਂ? ਜਿਵੇਂ ਆ ਨਕਲੀ ਫੁੱਲ, 10 ਮਿੰਟ ਹੱਸ ਲਿਆ, 5 ਮਿੰਟਾਂ ਬਾਅਦ ਉਹ ਕਲਿੱਪ ਬੰਦ ਅਤੇ ਬੰਦਾ ਫਿਰ ਇੱਦਾਂ ਬੈਠਾ ਜਿਵੇਂ ਬੜਾ ਵੱਡਾ ਨੁਕਸਾਨ ਹੋ ਗਿਆ, ਮਾਯੂਸ ਬੈਠਾ, ਉਦਾਸ ਬੈਠਾ। ਕਿਉਂ? ਕਿਉਂਕਿ ਸਾਡਾ ਹਾਸਾ ਖੇੜਾ ਕਿਸੇ ਨਾਲ ਜੁੜਿਆ ਹੋਇਆ ਹੈ। ਬਾਣੀਆਂ ਦੀ ਨਹੀਂ, ਤੇਰਾ ਹਾਸਾ ਤੇਰੇ ਆਪਣੇ ਨਾਲ ਚਾਹੀਦਾ। ਤੂੰ ਆਪਣੇ ਕੰਮਾਂ 'ਚ ਹੱਸ। ਨਾਨਕ ਭਗਤਾਂ, ਸਾਰੇ ਬੋਲੋ, ਨਾਨਕ ਭਗਤਾਂ ਸਦਾ ਵਿਗਾਸ। 5-7 ਮਿੰਟ ਨਹੀਂ, 2-4 ਘੰਟੇ ਨਹੀਂ, ਸਦਾ ਹੀ ਵਿਗਾਸ 'ਚ। ਜ਼ਿੰਦਗੀ 'ਚ ਉਤਰਾਅ ਵੀ ਆਉਣੇ ਆ, ਚੜ੍ਹਾਅ ਵੀ ਆਉਣੇ ਆ, ਜ਼ਿੰਦਗੀ 'ਚ ਸਮੱਸਿਆਵਾਂ ਆਉਣੀਆਂ। ਸਮੱਸਿਆਵਾਂ ਦਾ ਨਾਂ ਹੀ ਤਾਂ ਜ਼ਿੰਦਗੀ ਆ। ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਤੋਂ ਸਮੱਸਿਆਵਾਂ ਕੱਢ ਦਿਓ, ਜ਼ਿੰਦਗੀ ਤਾਂ ਫਿਰ ਵੀ ਬੇਸਵਾਦੀ ਹੋ ਜਾਣੀ ਹੈ। ਇਹ ਵੀ ਤਾਂ ਇੱਕ ਸਮੱਸਿਆ। ਤੁਸੀਂ ਰੋਜ਼ ਜਾਂਦੇ ਹੋ, ਰੋਡ ਸਾਫ਼ ਮਿਲੇ ਤੁਹਾਨੂੰ, ਕੋਈ ਟ੍ਰੈਫਿਕ ਨਾ ਮਿਲੇ, ਤੁਸੀਂ ਜਿਹੜਾ ਸਫ਼ਰ 2 ਘੰਟਿਆਂ 'ਚ ਕਰਦੇ ਹੋ 1 ਘੰਟੇ 'ਚ ਕਰ ਲੈਂਦੇ ਹੋ। ਜਦੋਂ ਤੁਸੀਂ 2 ਘੰਟੇ ਦਾ ਸਫ਼ਰ ਬਿਨਾਂ ਟ੍ਰੈਫਿਕ ਤੋਂ 1 ਘੰਟੇ 'ਚ ਕੀਤਾ ਸੀ, ਉਦੋਂ ਬੜੇ ਖੁਸ਼ ਸੀ ਨਾ। ਜਦੋਂ ਟ੍ਰੈਫਿਕ ਮਿਲ ਗਈ, ਜਿਹੜਾ 2 ਘੰਟਿਆਂ ਦਾ ਸਫ਼ਰ 4 ਘੰਟੇ 'ਚ ਕਰਨਾ ਪਿਆ, ਅੱਜ ਦੁਖੀ ਕਿਉਂ ਹੋਏ? ਇਹਨੂੰ ਕਹਿ ਕੋਈ ਗੱਲ ਨਹੀਂ, ਜ਼ਿੰਦਗੀ ਦੌੜ ਹੈ। ਜਦੋਂ ਮੈਂ ਵਿਆਹਾਂ ਸ਼ਾਦੀਆਂ 'ਤੇ ਖੁਸ਼ ਹੁੰਦਾ, ਜੇ ਅੱਜ ਮੈਨੂੰ 2 ਰਾਤਾਂ ਹੌਸਪੀਟਲ ਰਹਿਣਾ ਪਿਆ, ਫਿਰ ਕਿਹੜੀ ਗੱਲ ਹੈ? ਇਹ ਵੀ ਮੇਰੀ ਜ਼ਿੰਦਗੀ ਨਾਲ ਜੁੜਿਆ ਹੋਇਆ। ਮੈਂ ਤਾਂ ਉਸ ਗੁਰੂ ਦਾ ਪੁੱਤਰ ਹਾਂ ਜਿਹਨੇ ਆਪਣੇ ਬੱਚਿਆਂ ਦਾ ਸੰਸਕਾਰ ਵੀ ਆਪਣੇ ਹੱਥੀਂ ਨਹੀਂ ਕੀਤਾ। ਤਾਂ ਗੁਰੂ ਸਾਹਿਬ ਜੀ ਨੇ ਇਹ ਵਿਚਾਰਾਂ ਸਾਨੂੰ ਦੇ ਦੇ ਕੇ ਸਾਡੇ ਮਨ ਨੂੰ ਮਜ਼ਬੂਤ ਕੀਤਾ, ਤਗੜਾ ਕੀਤਾ। ਹੁਣ ਸ਼ਬਦ ਆਪਾਂ ਪੜ੍ਹਿਆ, ਪ੍ਰਭ ਜੀ ਕੋ ਨਾਮ ਜਪਤ ਮਨ ਬਹੁ ਪ੍ਰਕਾਰ। ਇਹ ਬਹੁ ਪ੍ਰਕਾਰ ਕੀ ਹੈ? ਬੜਿਆਂ ਤਰੀਕਿਆਂ ਨਾਲ ਦੁਨੀਆ ਦੇ ਲੋਕ ਮਨ ਦੀ ਸ਼ਾਂਤੀ ਲੱਭ ਰਹੇ ਆ। ਲੱਭ ਗਈ? ਕਿਉਂ ਸਾਧ ਸੰਗਤ? ਕਹਿੰਦੇ ਵਿਖਮ ਔਖਾ ਨਾ ਜਾਈ ਲੈਣ। ਅੱਛਾ, ਇਹ ਮਨ ਦੀ ਖੁਸ਼ੀ ਵਾਲੀ, ਮਨ ਦੀ ਸ਼ਾਂਤੀ ਲਈ ਕਿਹੜੇ ਕਿਹੜੇ ਕਰਮ ਕੀਤੇ? ਆਹ ਹੁਣ ਆਪਾਂ ਗਿਣਤੀ ਕਰੀਏ। ਸਭ ਤੋਂ ਪਹਿਲਾ ਕਰਮ ਕਿਹੜਾ? ਪੂਜਾ। ਸਭ ਤੋਂ ਪਹਿਲਾ ਕਰਮ ਕੀਤਾ ਬੰਦੇ ਨੇ ਪੂਜਾ। ਅਤੇ ਪੂਜਾ ਤੇ ਦੁਨੀਆ 'ਤੇ ਅਲੱਗ-ਅਲੱਗ ਤਰੀਕੇ ਆ। ਕੋਈ ਫੋਟੋ ਰੱਖਦਾ, ਕੋਈ ਮੂਰਤੀ ਰੱਖਦਾ, ਉਹਦੇ ਗਾੜੀ ਦੁੱਧ ਰੱਖਦਾ, ਖੀਰ ਬਣਾ ਕੇ ਰੱਖਦਾ, ਧੂਫ ਦਿਖਾਉਂਦਾ, ਫੁੱਲ ਉਹਦੇ ਗਲ 'ਚ ਪਾਉਂਦਾ। ਹੋ ਰਹੀ ਪੂਜਾ? ਨਹੀਂ ਹੋ ਰਹੀ ਪੂਜਾ। ਵੇਖੋ, ਮਾਰੋ ਧਿਆਨ। ਪੂਜਾ ਕਰਦਾ ਆਪਣੇ ਆਪਣੇ ਤਰੀਕੇ ਨਾਲ। ਦੁਨੀਆ ਦੇ ਜਿੰਨੇ ਮੱਤ ਨੇ, ਉਨੇ ਤਰੀਕੇ ਨੇ ਦੁਨੀਆ ਦੇ ਪੂਜਾ ਕਰਨ ਦੇ। ਪੂਜਾ ਹੋ ਰਹੀ ਹੈ, ਸਿੱਖ ਵੀ ਕਰ ਰਹੇ ਆ। ਫੋਟੋ ਰੱਖਦਾ ਬਾਬੇ ਨਾਨਕ ਦੀ, ਉਹਦੇ ਗਾੜੀ ਮੱਥਾ ਟੇਕਦਾ। ਉਹਨੂੰ ਪੁੱਛੋ ਇਹ ਕੀ ਕਰ ਰਹੇ? ਸਤਿਕਾਰ ਕਰ ਰਹੇ। ਕੀ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੇਰੀ ਕੋਈ ਤਸਵੀਰ ਬਣਾਵੇ? ਬੋਲੋ ਸਾਧ ਸੰਗਤ ਜੀ। ਕੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, 10 ਪਾਤਸ਼ਾਹੀਆਂ 'ਚੋਂ ਕਿਸੇ ਨੇ ਆਖਿਆ ਸੀ ਮੇਰੀ ਕੋਈ ਤਸਵੀਰ ਬਣਾ ਕੇ ਉਹਦੇ ਗਾੜੀ ਮੱਥਾ ਟੇਕਿਓ? ਤੇ ਸਿੱਖਾ, ਤੂੰ ਆਪਣੇ ਘਰ ਕਿਹਦੀ ਫੋਟੋ ਲਾਈ ਫਿਰਦਾ? ਇਹ ਤਾਂ ਚਿੱਤਰਕਾਰ ਸੋਭਾ ਸਿੰਘ ਦੀ ਹੈ ਬਣਾਈ ਹੋਈ ਤਸਵੀਰ। ਇਹ ਤਾਂ ਚਿੱਤਰਕਾਰ ਸੋਭਾ ਸਿੰਘ ਨੇ ਇੱਕ ਬਜ਼ੁਰਗ ਬਿਠਾ ਕੇ ਇੱਦਾਂ ਤਸਵੀਰ ਬਣਾਤੀ, ਤਾਂ ਲੋਕਾਂ ਨੂੰ ਪਤਾ ਕੀ ਕਹਿਤਾ? ਆਹ ਬਾਬਾ ਨਾਨਕ ਹੈ, ਇਹਨੂੰ ਆਪਣੇ ਘਰ ਲੈ ਜਾਓ। ਜਿਹੜੇ ਬਾਬਾ ਨਾਨਕ ਜੀ ਧੰਨ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ, ਉਹ ਤਾਂ ਅਸੀਂ ਘਰ ਖੜੇ ਹੀ ਨਹੀਂ। ਦੱਸ ਦਿਓ ਜੇ ਘਰ ਖੜੇ ਆ ਤੇ। ਅਸੀਂ ਤਾਂ ਉਹ ਲੈ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ। ਉਹ ਇੱਕ ਬਾਬਾ ਕਾਰ ਰੂਪ, ਦੂਜਾ ਰਬਾਬੀ ਮਰਦਾਨਾ ਹੈ। ਜਿਹੜਾ ਅਸੀਂ ਘਰ ਲੈ ਗਏ ਹਾਂ, ਉਹ ਅਸੀਂ ਇੱਦਾਂ ਬਿਠਾਤੇ ਆ, ਕੋਮਲ ਜੇ ਉਹਨਾਂ ਦੇ ਚਰਨ ਬਣਾਤੇ ਆ, ਲਾਗੇ ਫਰੂਟ ਰੱਖਤਾ, ਲਾਗੇ ਗੜਵਾ ਰੱਖਤਾ, ਇੱਕ ਬੰਨੇ ਬਾਲਾ ਜੀ ਬਿਠਾਤੇ, ਇੱਕ ਬੰਨੇ ਭਾਈ ਮਰਦਾਨਾ ਜੀ ਬਿਠਾਤੇ ਆ। ਸੋਚ ਕੇ ਵੇਖੋ। ਫਿਰ ਉਹਦੀ ਪੂਜਾ ਕਿੱਦਾਂ ਕਰ ਰਹੇ ਆ? ਆਰਤੀਆਂ, ਫੁੱਲ ਰੱਖੇ ਹੋਏ ਆ। ਤੁਹਾਡੇ ਬੱਚੇ ਪੁੱਛਣ ਤੁਹਾਨੂੰ ਇਹ ਕੌਣ ਹੈ, ਕੀ ਕਹੋਗੇ ਜੀ? ਗੁਰੂ ਨਾਨਕ ਸਾਹਿਬ। ਅਤੇ ਜੇ ਬੱਚਾ ਕਹੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ, ਉਹ 'ਚ ਤਾਂ ਲਿਖਿਆ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ।
मैं तो अज बाणी पढ़ के आया, मैं तो अज गुरुद्वारे के ग्रंथी को सुन के आया, कबीर जपनी काठ की क्या दिखलावें लोए, हिरदे राम ना चेती ये जपनी क्या होए। मैं तो अज गुरु ग्रंथ साहब चो सुन के आया, पढ़ पुस्तक संध्या बादंग, सिड़ पूजस बगल समादंग, मुख झूठ विभूखण सारंग, त्रैपाल तिहार विचारंग, गल माला दोए धोती, जे जानस सा फोकट, कहो नानक निश्चो त्यावै, बिन सतगुर बाट न पावै। तो बच्चा पूछेगा माँ जो गुरु ग्रंथ साहब च लिखिया वो सही है कि कंध ना लगी तस्वीर सही है? की जवाब है जी साडे कोल, बोल के दस्यो। बाणी सही है, तस्वीर सही नहीं है। तो जिहड़ी चीज़ सही नहीं है फिर वो आपां घर च लाउने क्यों आ? बोलो साध संगत जी, जिहड़ी चीज़ सही नहीं है, ਤੁਹਾਨੂੰ ਤੁਹਾਡਾ ਬੱਚਾ ਕੱਲ੍ਹ ਨੂੰ ਪੁੱਛੇ, ਉਹਦੇ ਨਾਲ ਦੱਸੋ ਆਪਣੇ ਘਰਾਂ 'ਚ ਗੁਰਬਾਣੀ ਦੀਆਂ ਤਸਵੀਰਾਂ ਲਾਓ, ਸ਼ਬਦ ਲਿਖ ਕੇ ਉਹਦੇ ਨਾਲ ਮੀਨਿੰਗ ਲਿਖੋ। ਮੈਂ ਤਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦਾ ਹਾਂ ਨਾ, ਆੜੇ ਸਰੋਪੇ ਦੇਣੇ ਨੇ, ਇਹਦੀ ਜਗ੍ਹਾ ਕਿ ਨਵਾਂ ਸਿਸਟਮ ਰੱਖੋ। ਕੱਲ੍ਹ ਨੂੰ ਕੋਈ ਗੁਰਦੁਆਰੇ ਕੋਈ ਸਮਾਗਮ ਕਰਾਵੇ, ਕੋਈ ਵੀ ਉਹਨੂੰ ਸਨਮਾਨਿਤ ਕਰਨਾ ਪਤਾ ਕਿੱਦਾਂ ਕਰੋ? ਸਤਿਗੁਰੂ ਵਿਟੋ ਵਾਰਿਆ, ਜਿਤ ਮਿਲੇ ਖਸਮ ਸੰਭਾਲਿਆ, ਜਿਨਕਾਰ ਉਪਦੇਸ਼ ਗਿਆਨ ਅੰਜਨ ਦੀਆ, ਇਹਨੀ ਨਿਤਰੀ खसम छोड़ दूजे लगे डुबे सेवन जा रहा, सतगुरु है बोहे था विरले किने विचारिया, कर कृपा पार। पौड़ी लिख के थले ਉਹਦੇ मीनिंग लिख के ਉਹਨੂੰ लैमीनेशन करा के थले गुरुद्वारे का एड्रैस लिख के मिनटों बनवा लो, अगले ਨੂੰ सन्मानित करो, अगला अपने घर जाके लाएगा। हौली हौली संगतां दे घरां विच गुरबाणी दे शब्दां दीयां तस्वीरां जाणगीਆਂ ते दूजियां तस्वीरां अपने आप घरां चों बोलो जी लै जाणगीਆਂ। ਉਹਦਾ ਬਦਲ ਦਈਏ। ਅਗਰ ਆਪਣੇ ਘਰ ਜਾ ਕੇ ਤਸਵੀਰ ਲਾਵੇ ਸ਼ਬਦ ਦੀ, ਉਹਨੂੰ ਪੜ੍ਹੇ ਸੁਣੇ ਸਮਝੇ ਵਿਚਾਰੇ, ਬਾਣੀ ਕੀ ਕਹਿੰਦੀ ਹੈ ਮੈਨੂੰ? ਗੁਰਮੂਰਤ ਗੁਰ ਸ਼ਬਦ ਹੈ। ਤੋ ਜੇ ਪੂਜਾ ਕਰਨੀ ਹੈ ਤਾਂ ਤਰੀਕਾ ਕਿਹੜਾ? ਪੂਜਾ ਕਰੀਏ ਕਿਹੜੀ? ਤੇਰਾ ਨਾਮ ਕਰੀ ਚਨਾਠੀਆ। ਪੂਜਾ ਕਰਨ ਵਾਸਤੇ ਚੰਦਨ ਦੀ ਲੱਕੜ ਲੈ ਕੇ ਆਉਂਦਾ ਸੀ, ਚੰਦਨ ਮਹਿੰਗਾ। ਹੁਣ ਜਿਹੜੀ ਪੂਜਾ ਵਿਪਰ ਨੇ ਦੱਸੀ ਹੈ ਉਹ ਹਾਰੀ ਸਾਰੀ ਬੰਦਾ ਨਹੀਂ ਕਰ ਸਕਦਾ, ਕਿਉਂਕਿ ਪੂਜਾ ਮਹਿੰਗੀ ਹੈ। ਚੰਦਨ ਵੀ ਮਹਿੰਗਾ, ਕੇਸਰ ਵੀ ਮਹਿੰਗਾ, ਦੁੱਧ ਵੀ ਲੈਣ ਜਾਊਗਾ ਉਹ ਵੀ ਪੈਸੇ ਦਾ ਹੋਣਾ। ਬਸ ਆ ਫਰਕ ਹੈ। ਜਿਹੜੀ ਪੂਜਾ ਵਿਪਰ ਦੱਸਦਾ ਸੀ ਉਹ 'ਤੇ ਪੈਸੇ ਲੱਗਣੇ ਆ, ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਉਹ ਫ੍ਰੀ ਹੋਣੀ ਹੈ, ਉਹ 'ਤੇ ਖਰਚਾ ਕੋਈ ਨਹੀਂ। ਅੱਛਾ ਕਮਾਲ ਦੀ ਗੱਲ ਤੁਸੀਂ ਇਹ ਵੇਖੋ, ਜਿਹੜੀ ਪੂਜਾ ਵਿਪਰ ਦੱਸਦਾ ਉਹਦੇ ਲਈ ਟਾਈਮ ਕੱਢਣਾ ਪੈਣਾ ਹੈ, ਉਹ ਬਾਹਰ ਹੀ ਕਰਨੀ ਪੈਣੀ, ਬਾਹਰ ਪੂਜਾ ਹੋਏਗੀ। ਪਰ ਜਿਹੜੀ ਪੂਜਾ ਧੰਨ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਉਹ ਪੂਜਾ ਤੁਹਾਡੇ ਅੰਦਰ ਹੋਏਗੀ। ਉਹ ਕਿੱਦਾਂ ਹੋਏਗੀ? ਸੁਣਿਓ ਧਿਆਨ ਨਾਲ। ਹੁਣ ਮਹਾਰਾਜ ਕਹਿੰਦੇ ਨੇ, हे परमात्मा जी मैं तुहाडे नाम नूं चंदन की लकड़ बना लिया, तेरा नाम करी चनाठिया, तेरे नाम नूं मैं चंदन की लकड़ बना लिया। चंदन महंगा, परमेश्वर का नाम भी महंगा। तेरा नाम करी चनाठिया, जे माने उरसा होए, अपने मन नूं मैं वो पत्थर बना ला जे ते चंदन घसाया जाता है। करनी कुंगू जे रलै, करनी करैक्टर विहार तुहाडा आचरण ये केसर बन जाए, कुंगू बन जाए। घट अंतर पूजा होए, तो पूजा घट विच ही होएगी, अंदर ही होएगी, बाहरों टलियां खड़काउण दी लोड़। बोलो जी। आ जिहड़ी अगरबत्ती है, धूफ है, रूम स्प्रे है, ये तुहाडे वास्ते है कि वातावरण तुहाडे कमरे का साफ होवे। इहदे नाल रब दा, परमेश्वर दा, भगती दा, पूजा का कोई संबंध नहीं है। इहदा सिर्फ संबंध है वातावरण साफ होवे, कि मैं थोड़ा जिहा रूम स्प्रे लाती है, कोई अगरबत्ती लाती है, कोई सिर्फ वातावरण साफ होवे, इहदे नाल पूजा का कोई संबंध नहीं है। जिवें इदां ए फोटो लैके इदां 4-5 वारी, हुण तुसीं वेखो कई बंदे दुकानां विच अगरबत्ती लाउणगे, फोटो गाड़ी इदां घुमाउणगे, तो बाबा नानक कहंदा फोटो गाड़ी अगरबत्ती ना ला, ईमानदारी नाल सौदा वेच। ये सब तो वड्डी पूजा है। किसी नाल धोखा ना कर, बेईमानी ना कर, अपना बनदा हक लै, जिहड़ा तेरा बनदा हक है। तेरी दुकान ते कोई कस्टमर समान लैण आया, उहदा पर्स रह गया है बिना कैमरे तो, हुण तां कैमरे लगे, अजकल तां छेती कीतिया कोई बंदा बेईमानी कर नहीं ना सकदा, फस सकदा है। पर मान लो कोई तुहाडे स्टोर ते आया, उहदा कोई पर्स रह गया, कोई समान रह गया, वो 2 घंटियां बाद 3 घंटियां बाद भी वापस आवे, तो जो ईमानदारी नाल उहदा समान वापस कर दिता, समझ नहीं तेरी पूजा अपने आप च हो गई।
ਤੇ ਬੰਦਾ ਕਿਸੇ ਦਾ ਹੱਕ ਮਾਰ ਜਾਏ, ਬੇਈਮਾਨੀ ਕਰ ਜਾਏ, ਤੇ ਜਿੰਨੇ ਮਰਜ਼ੀ ਮੱਥੇ ਟੇਕੀ ਜਾਵੇ ਸਾਧ ਸੰਗਤ ਜੀ, ਪੂਜਾ ਹੈਗੀ ਹੈ? ਹੁਣ ਇੱਥੇ ਸ਼ਬਦ ਕੀ ਵਰਤਿਆ ਗੁਰਦੇਵ ਨੇ? ਤੇਰਾ ਨਾਮ ਕਰੀ ਚਣ ਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ। ਹੁਣ ਕੇਸਰ ਮਹਿੰਗਾ ਤੇ ਕਰਨੀ ਸਸਤੀ ਹੈ, ਕਰਨੀ ਵੀ ਤੇ ਮਹਿੰਗੀ ਹੈ। ਅੱਛਾ, ਕੇਸਰ ਤੇ ਫੇਰ ਵੀ ਬੀਜੂ ਕੋਈ, ਖਰੀਦ ਕੋਈ ਲਊ। ਕਰਨੀ ਦਾ ਕੇਸਰ ਤੇ ਜਿਹੜਾ ਚਾਹੁੰਦਾ ਵਰਤਣਾ ਉਹਨੂੰ ਖੁਦ ਕਮਾਉਣਾ ਪੈਣਾ ਹੈ। ਬਾਪ ਦੀ ਪੈਦਾ ਕੀਤੀ ਹੋਈ ਕਰਨੀ ਪੁੱਤ ਨਹੀਂ ਵਰਤ ਸਕਦਾ, ਪੁੱਤ ਨੂੰ ਆਪਣੀ ਬਣਾਉਣੀ ਪੈਣੀ ਹੈ। ਬੋਲੋ ਜੀ, ਬਾਪ ਨੂੰ ਆਪਣੀ, ਹਰ ਕਿਸੇ ਦੀ ਆਪਣੀ ਆਪਣੀ। ਇਹਨਾਂ ਤੇ ਮਾਣ ਕਰ ਸਕਦਾ ਮੈਂ ਫਲਾਣੇ ਦਾ ਪੋਤਰਾ ਵਾਂ, ਮੈਂ ਫਲਾਣੇ ਦਾ ਦੋਹਤਾ ਵਾਂ, ਪਰ ਆਪਣਾ ਆਪਣਾ। ਹੁਣ ਕੇਸਰ ਦੀ ਫਸਲ ਬੀਜਦਾ ਕੋਈ ਹੈ ਤੇ ਵਰਤ ਕੋਈ ਸਕਦਾ ਹੈ। ਇੱਥੇ ਕਰਨੀ ਸ਼ਬਦ ਵਰਤਿਆ। ਕਰਨੀ ਕੀ ਹੈ? ਆਚਰਣ, ਨਾਮ। ਪਿਤਾ ਦੇ ਨਾਮ ਦਾ ਬੈਨੀਫਿਟ ਬੱਚੇ ਨੂੰ ਕਿੰਨਾ ਕੁ ਹੋ ਸਕਦਾ ਹੈ, ਕਿੰਨਾ ਕੁ ਪ੍ਰਭਾਵ ਲੋਕਾਂ 'ਤੇ ਪਾ ਸਕਦਾ ਹੈ? ਬੋਲੋ ਜੀ। ਅਗਲਾ ਕਹੇਗਾ ਠੀਕ ਹੈ ਤੇਰਾ ਪਿਤਾ ਇਮਾਨਦਾਰ ਸੀ, ਜੇ ਤੂੰ ਇਮਾਨਦਾਰ ਨਹੀਂ ਹੈਗਾ ਤਾਂ ਪਿਤਾ ਦੇ ਨਾਮ ਕਰਕੇ ਤੇਰੀ ਬੇਈਮਾਨੀ ਛੁਪ ਨਹੀਂ ਜਾਣੀ, ਤੇਰੀਆਂ ਠੱਗੀਆਂ, ਤੇਰੀ ਲੁੱਟ ਖਸੁੱਟ ਤੇਰੇ ਦਾਦੇ ਪੜਦਾਦੇ ਕਹੇ ਢੱਕੀ ਥੋੜ੍ਹਾ ਜਾਣੀ ਹੈ। ਪਿਤਾ ਤੇਰਾ ਆਪਣੀ ਜਗ੍ਹਾ ਹੈ, ਤੂੰ ਆਪਣੀ ਜਗ੍ਹਾ ਹੈ। ਹੁਣ ਇੱਥੇ ਸ਼ਬਦ ਕੀ ਵਰਤਿਆ? ਤੇਰਾ ਨਾਮ ਕਰੀ ਚਣਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ, ਘਾਟੇ ਅੰਤਰ ਪੂਜਾ ਹੋਏ। ਘੱਟ ਕਹਿੰਦੇ ਹਿਰਦੇ ਨੂੰ, ਅੰਦਰ ਹੀ ਪੂਜਾ ਹੋਏਗੀ। ਅੱਛਾ, ਕਮਾਲ ਦੀ ਗੱਲ, ਜਿਹੜੀ ਪੂਜਾ ਵਿਪਰ ਨੇ ਦੱਸੀ ਸੀ ਉਹਦੇ ਵਾਸਤੇ ਸਮਾਂ ਕੱਢਣਾ ਪੈਣਾ, ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਕਰਨੀ ਹੈ। ਪਰ ਇਹ ਪੂਜਾ ਸੁੱਤਿਆਂ ਵੀ ਹੋਏਗੀ, ਜਾਗਦਿਆਂ ਵੀ ਹੋਏਗੀ, ਕੰਮ ਕਰਦਿਆਂ ਵੀ ਹੋਏਗੀ, ਸਕੂਲ 'ਚ ਪੜ੍ਹਾਉਂਦਿਆਂ ਵੀ ਹੋਏਗੀ, ਸਕੂਲ 'ਚ ਪੜ੍ਹਦਿਆਂ ਵੀ ਹੋਏਗੀ, ਬੈਂਕ ਵਿੱਚ ਜੋਬ ਕਰਦਿਆਂ ਵੀ ਹੋਏਗੀ, ਘਰ 'ਚ ਪ੍ਰਸ਼ਾਦਾ ਤਿਆਰ ਕਰਦਿਆਂ ਵੀ ਹੋਏਗੀ। ਕਿਉਂਕਿ ਇਹ ਪੂਜਾ ਦਾ ਸੰਬੰਧ ਬਾਹਰ ਨਾਲ ਨਹੀਂ, ਪੂਜਾ ਦਾ ਸੰਬੰਧ ਤੁਹਾਡੇ, ਬੋਲੋ ਜੀ, ਅੰਦਰ ਨਾਲ ਹੈ। ਘਾਟੇ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ। ਆ ਗਈ ਨਾ ਗੱਲ? ਫਿਰ ਉਹ ਨਾਮ ਨੂੰ ਧਿਆਉਣਾ ਹੀ ਪੂਜਾ ਕਰਨੀ ਹੈ। ਬਿਨ ਨਾਮੈ ਪੂਜ ਨਾ ਹੋਏ, ਬਿਨਾਂ ਨਾਮ ਤੋਂ ਪੂਜ ਹੋ ਹੀ ਨਹੀਂ ਸਕਦੀ। ਤੋ ਇੱਥੇ ਪਾਤਸ਼ਾਹ ਕਹਿੰਦੇ ਨੇ ਪੂਜਾ ਕਰ ਰਹੇ ਆ ਦੁਨੀਆ ਦੇ ਲੋਕ। ਹੁਣ ਪੂਜਾ ਅਸੀਂ ਕਰਨੀ ਹੈ, ਪਰ ਜਿਹੜੀ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਉਹ ਪੂਜਾ ਨਹੀਂ ਕਰਨੀ ਕਿ ਦੁੱਧ ਲੈ ਲਓ, ਫੁੱਲ ਲੈ ਲਓ, ਉੱਥੋਂ ਸਮੱਗਰੀ ਲੈ ਲਓ। ਉਹਦੇ ਬਾਰੇ ਭਗਤ ਰਵਿਦਾਸ ਜੀ ਨੇ ਕਲੀਅਰ ਕਹਿ ਤਾ, ਦੂਧ ਤਾਂ ਬਸ਼ਰੈ ਥਣੋਂ ਬਿਟਾਰਿਓ। ਦੁੱਧ ਲੈ ਕੇ ਉਹਨੇ ਸੋਚਿਆ। ਕਈ ਬੰਦੇ ਤੁਸੀਂ ਵੇਖਿਆ ਚਾਹ ਨਹੀਂ ਪੀਂਦੇ। ਮੈਂ ਨਹੀਂ ਕਹਿੰਦਾ ਵੀ ਹਰ ਇੱਕ ਜਿਹੜਾ ਬੰਦਾ ਚਾਹ ਨਹੀਂ ਪੀਂਦਾ ਜਾਂ ਚਾਹ ਪੀਂਦਾ, ਚਾਹ ਪੀਣੀ ਮਾੜੀ ਚੀਜ਼ ਹੈ ਜਾਂ ਚੰਗੀ ਚੀਜ਼, ਇਹ ਤਾਂ ਬੰਦੇ ਦੀ ਆਪਣੀ ਆਪਣੀ ਮਰਜ਼ੀ ਹੈ। ਚੰਗੀ ਗੱਲ ਹੈ ਜੇ ਕੋਈ ਚਾਹ ਨਹੀਂ ਪੀਂਦਾ ਤੇ। ਪਰ ਕਈ ਵਾਰੀ ਤੁਸੀਂ ਵੇਖਿਆ ਹੋਏਗਾ ਧਾਰਮਿਕ ਬੰਦੇ ਉਹ ਸਪੈਸ਼ਲ ਕਹਿੰਦੇ ਜੀ ਦੁੱਧ ਪੀਓ। ਕਿਉਂ? ਕਹਿੰਦੇ ਜੀ ਪੱਤੀ ਕਿਤੇੋਂ ਆਈ ਹੈ, ਖੰਡ ਕਿਤੇੋਂ ਆਈ ਹੈ, ਪਤਾ ਨਹੀਂ, ਦੁੱਧ ਸੁੱਚਾ ਹੈ। ਤਾਂ ਹੀ ਤੁਸੀਂ ਵੇਖੋ ਧਾਰਮਿਕ ਸਥਾਨਾਂ 'ਤੇ ਵੀ ਦੁੱਧ ਚੜਾਇਆ ਜਾਂਦਾ, ਦੁੱਧ ਨੂੰ ਸੁੱਚਾ ਮੰਨਿਆ ਗਿਆ। ਪਰ ਬਾਣੀ ਨਹੀਂ ਮੰਨਦੀ। ਬਾਣੀ ਕੀ ਆਂਦੀ ਭਲਾ? ਦੁੱਧ ਤਾਂ ਬਸ਼ਰੈ, ਬੋਲੋ, ਦੁੱਧ ਤਾਂ ਵੱਛੇ ਨੇ ਪਹਿਲਾਂ ਹੀ ਝੂਠਾ ਕਰਤਾ ਹੈ। ਹੁਣ ਕਈ ਕਹਿਣਗੇ ਅੱਛਾ, ਕਈ ਬੰਦੇ ਜਿਹੜੇ ਕਿਸੇ ਦੇ ਹੱਥ ਦਾ ਭੋਜਨ ਨਹੀਂ ਖਾਂਦੇ, ਉਹ ਕਹਿੰਦੇ ਜੀ ਦੁੱਧ ਸਾਨੂੰ ਛਕਾ ਦਿਓ। ਕਿਉਂ ਸਾਧ ਸੰਗਤ ਜੀ? ਦੁੱਧ ਸੁੱਚਾ ਹੈ? ਉਹ ਬੋਲੋ ਭਾਈ, ਸੁੱਚਾ? ਦੁੱਧ ਤਾਂ ਵੱਛੇ ਨੇ ਝੂਠਾ ਕਰਤਾ, ਵੱਛੀ ਨੇ ਝੂਠਾ ਕਰਤਾ। ਤੇ ਅੱਜ ਤੱਕ ਕਿਸੇ ਬੰਦੇ ਨੇ ਕਿਸੇ ਘਰੋਂ ਦੁੱਧ ਲਿਆਉਣਾ ਹੋਵੇ, ਕਦੀ ਕਿਹਾ ਸਾਡੇ ਘਰ ਸਾਡਾ ਜਵਾਈ ਆਇਆ ਹੈ, ਨਿਆਣੇ ਦਾ ਫੁੱਫੜ ਆਇਆ ਹੈ, ਨਿਆਣੇ ਦਾ ਮਾਸੜ ਆਇਆ, ਸਾਡੇ ਘਰ ਫਲਾਣੇ ਮਹਾਂਪੁਰਖ ਜੀ ਆਏ ਨੇ, ਉਹਨਾਂ ਨੇ ਸੁੱਚਾ ਦੁੱਧ ਪੀਣਾ ਹੈ, ਪਲੀਜ਼ ਤੁਸੀਂ ਦੁੱਧ ਸਾਫ਼ ਸੁਥਰੇ ਭਾਂਡੇ 'ਚ ਧੋਇਓ। ਤੇ ਜੇ ਅੱਗੇ ਚੰਗੇ ਉਹਨੂੰ ਕਹਿਣ ਅਸੀਂ ਤਾਂ ਸਾਫ਼ ਸੁਥਰੇ ਭਾਂਡੇ ਧੋ ਦੇਵਾਂਗੇ, ਪਰ ਸਾਡੇ ਵੱਛੇ ਨੇ ਬਰੱਸ਼ ਨਹੀਂ ਕੀਤਾ ਅਜੇ। ਤੁਸੀਂ ਜਿਹੜੇ ਬੰਦੇ ਨੇ ਮੱਝਾਂ ਗਾਵਾਂ ਰੱਖੀਆਂ, ਅੱਜ ਤੱਕ ਕਿਸੇ ਨੇ ਵੱਛੀ ਨੂੰ ਬਰੱਸ਼ ਕਰਾਇਆ? ਇੱਦਾਂ ਮਾੜਾ ਜਿਹਾ ਮੂੰਹ ਥਣ ਨੂੰ ਲਵਾਈ ਦਾ, ਪਿਛਾਂਹ ਕਰ ਦਿੱਤਾ। ਅਤੇ ਮੱਝਾਂ ਗਾਵਾਂ ਦੇ ਥਣ ਕਦੀ ਸਰਫ ਸਾਬਣ ਨਾਲ ਧੋਤੇ ਆਪਾਂ? ਸੈਨੀਟਾਈਜ਼ਰ ਕੀਤਾ ਹੋਵੇ ਇੱਦਾਂ ਮਾੜਾ ਪਾਣੀ ਮਾਰੀਦਾ ਐ। ਅੱਛਾ, ਕਮਾਲ ਦੀ ਗੱਲ ਵੇਖੋ, ਸਾਡਾ ਖੁਦ ਕਿਸਾਨੀ ਕਿੱਤੇ ਦਾ ਸੰਬੰਧ ਹੈ, ਸਾਨੂੰ ਪਤਾ ਹੈ। ਸਾਡੇ ਕੋਲ ਆ ਮੱਝਾਂ ਗਾਵਾਂ ਨੇ, ਇੱਦਾਂ ਚੋਂਦਿਆਂ ਚੋਂਦਿਆਂ ਕਈ ਵਾਰੀ ਗੋਹਾ ਵਿੱਚ ਡਿੱਗ ਪੈਂਦਾ, ਸੁੱਕਾ ਗੋਹਾ ਵਿੱਚ ਡਿੱਗ ਪੈਂਦਾ। ਬੋਲੋ ਸਾਧ ਸੰਗਤ ਜੀ। ਹੁਣ ਜਿਨ੍ਹਾਂ ਨੇ ਸਿਰਫ ਦੁੱਧ ਗਾਂ ਮਾਂ ਦਾ ਪੀਤਾ ਪਰ ਦੁੱਧ ਬਣਦਾ ਨਹੀਂ ਵੇਖਿਆ, ਉਹਨਾਂ ਨੂੰ ਕੀ ਪਤਾ। ਹੁਣ ਉਹ ਜਦੋਂ ਡੇਅਰੀ 'ਤੇ ਜਾਂਦਾ ਹੈ, ਸਾਰੇ ਪਿੰਡ ਦਾ ਦੁੱਧ ਇਕੱਠਾ ਹੋ ਕੇ ਉਹਨਾਂ ਪੌਣੀ ਰੱਖੀ ਹੁੰਦੀ ਹੈ। ਉਹ ਫਿਰ ਇੱਦਾਂ ਜਦੋਂ ਪੁਣ ਕੇ ਦੁੱਧ ਪਾਸੇ ਕਰ, ਜਿਹੜਾ ਵਿੱਚੋਂ ਗੰਦ ਨਿਕਲਦਾ ਚੁੱਕ ਕੇ ਪਾਸੇ ਕਰੀ ਜਾਂਦੇ ਆ। ਹੁਣ ਜੇ ਉਹ ਬੰਦੇ ਵੇਖ ਆਉਣ ਵੀ ਇਹ ਕਿਹੜਾ ਦੁੱਧ ਹੈ, ਸੋਚ ਕੇ ਵੇਖੋ ਤੁਸੀਂ ਕਿਹੜੀ ਚੀਜ਼ ਸੁੱਚੀ ਹੈ। ਸਵਾਲ ਇਹ ਪੈਦਾ ਹੁੰਦਾ ਜਿਹੜੀ ਖੰਡ ਤੁਹਾਡੇ ਘਰ ਆਈ ਹੈ ਕਿੱਥੋਂ ਆਈ ਹੈ?
ਜਿਹੜੀ ਪੱਤੀ ਆਈ ਹੈ ਕਿੱਥੋਂ ਆਈ ਹੈ? ਸੱਚੀ ਚੀਜ਼ ਚਾਹੀਦੀ ਹੈ ਜੀ। दूध तो बशर है थणों बिटारियो। अच्छा फुल सुचे है जी, मैं पूजा करनी है, फूल भवर, फुल नूं भौरे ने जूठा किया। अच्छा अगे आ जाओ पानी, हथ सुच्चे कर लो जी। असीं आम ही शब्द बोलते हैं ना, किसी नूं रोटी खवाउणी हो आपां कहने हथ सुच्चे कर लो जी। की पानी च ताकत हैगी है तुहाडे हथ सुच्चे करन दी? बोलो साध संगत जी। पानी दे विच शराब जूठा है, पानी तुहाडे हथ साफ कर सकदा है। सुच्चे तो चंगे काम किए होने ने। दोबारा बोलां जी, पानी तुहाडे हत्थां दी मैल ला के साफ कर सकता है, पर हथ सुच्चे कदों होने आ? जदों इन्हां हत्थां नाल मैं रिश्वत नहीं लवांगा, इन्हां हत्थां नाल मैं किसी का नुकसान नहीं करांगा। फिर भावें मेरे हत्थां नूं मिट्टी भी लगी होएगी ना, फिर मेरे हथ सुच्चे ने। तो इहो जे हत्थां नाल दे सुच्चे हथ किसी होर दे हो ही नहीं सकते, भावें मिट्टी भी लगी होण, पर इन्हां हत्थां नाल किसी का नुकसान ना कीता होवे। हत्थां नाल मैं नुकसान कीता होवे, 10-10 वार मैं हथ धो के रोटी खावां, बाणियां दी पखंड है, होर की है? सुचे ना आखियन बैण जे पिंडा, सुचे सही नानका, जिन मन वसिया सोए। दूध तां बशर है थणों बिटारियो, फूल भवर जल मीन बिगारियो। जल नूं मच्छी ने बिगाड़ दिता, फूल भवर जल मीन बिगारियो। माई गोबिंद पूजा कहा ले चढ़ावो? हे मेरी माँ, मैं गोबिंद की पूजा लई किहड़ी चीज़ लैके जावां? अवर ना फूल अनूप ना पावो। मैनूं तो कोई सुची चीज़ दिसदी नहीं। उत्थे एको तरीका, मन तन अर्प पूज चढ़ावो, गुर प्रसाद निरंजन पावो। अपना मन अर्पो, अपना तन अर्प दो, ये सब तो वड्डी पूजा है। हुण शब्द वरत्या पूजा, पखंड पखंड दी कीती हुई पूजा नाल भी तुहाडे मन दी, किन्ने लोग पूजा कर रहे, मन की शांति मिल गई? इत्थे धार्मिक अस्थानां ते गोटे चढ़ाए जा रहे हैं, पूजा की जा रही है, कंजकां खवाइयां जा रही ने, तो धी जम्मी होवे घर ते मौत पै जाती कईयां नूं। लड़का लभदे लभदे पता नहीं किन्नियां लड़कियां दा कतल कर दिंदे आपां। क्यों साध संगत जी बोलो जी? किन्ने समाज में डेरे पैदा कर लए, इत्थों पुत्त मिलदा जी। जिन्ने भी लोग बाबियां कोल जांदे, कदी क्या बाबा जी आशीर्वाद दिओ, साडे घर 2 बेटे ही नहीं, जां एक बेटा धी चाहीदी है। की लभदे सारे? बोलो जी। घर दे विच बच्चा होने वाला होवे तो तस्वीरां धी दियां नहीं पुत्त दियां लगदियां ने, नकली। पहले घर का माहौल, असीसां दित्तियां जांदियां ने। क्यों? इहदा संबंध भी सुख नाल है। पुत्त होएगा सुख मिलेगा। तो एवरेज कड्डो, किन्ने परसेंट लोग पुत्तां हत्थों सुखी ने भला? एवरेज कड्ढ के वेखो जी, समाज एवरेज कड्डो तुसीं, किन्ने परसेंट सुखी होणगे भला? लभदे फिर भी पुत्तां सी। हुण पातशाह दी बाणी कहंदी पूजा, पूजा कीती काहदे लई? सुख लई, आत्मिक शांति लई नहीं मिली। क्योंकि पखंड पूजा कर्म कांड बन गई। कर्म धर्म पाखंड जो दिस है, तिन जम जागाती लुट है। पूजा वर्त, वर्त रखे काहदे लई भला? मन की शांति लई। वैसे हफ्ते च तुसीं महीने च एक बार कुछ ना खाओ, सारा दिन रेस्ट मिले शरीर नूं, तुहाडे अंदर ये वधिया चीज़ है। पर बंदा कहे मैं भुखा रवां ते उम्र वध जाए, तो भुखा भी कौन रह रहा? बीबी। तो उम्र कहदी वधे जी? अच्छा जे बीबी भुखी रह के अपनी उम्र तो वधा सकती 2 दिन, काम उल्टा हो रहा, कहती भुखी मैं बैठी हाँ, उम्र तेरी वधनी है। वो बोलो साध संगत जी, इदां हो सकता? अच्छा कमाल की गल वेखो, वर्त बीबी रखती बंदे की उम्र लंबी ली। अच्छा बंदे नूं वर्त रखण की लोड़ नहीं बीबी की लंबी उम्र रखण वधाउण लई। अजे कोई विआह तो बिना किराए ते कमरा देण नूं तैयार नहीं, और बीबी तो बिना तुसीं हुण किसी दे घर रेंट ते कमरा लेना होवे, पहलां की पुछदे अगले? तुसीं विआहे जे? अजे कोई कल्ली लड़की नूं कमरा दे सकदा भी साडीआं धीआं वर्गी आ जा, पर मर्द वास्ते पहलां की पुछिया जांदा जी? बोल के दस्सिओ भी गृहस्थी है। बीबी तो बिना तो तेनों को अगला अपने घर कमरा देण नूं तैयार नहीं, तो वर्त कौन रख रही भला? वो बोलो साध संगत जी, बीबी भावें किसी समाज की होवे,
ਹੁਣ ਕਿੰਨਾ ਸਾਡੇ ਸਮਾਜ 'ਚ ਪਾਤਾ ਵੀ ਵਰਤ ਬੀਬੀ ਰੱਖ ਰਹੀ। ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ, ਭੁੱਖ ਹੜਤਾਲ 'ਤੇ ਬੰਦਾ ਕਦੋਂ ਬਹਿੰਦਾ ਭਲਾ? ਜਿਵੇਂ ਹੁਣ ਮੰਨ ਲਓ ਕਿਸਾਨ ਬੈਠੇ ਆਪਣੇ ਅੰਦੋਲਨ ਉੱਥੇ ਬੈਠੇ ਆ, ਕਦੋਂ ਤੱਕ ਬੈਠੇ? ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉੱਠਣਗੇ ਕਦੋਂ? ਜਾਂ ਕੋਈ ਸ਼ਰਤਾਂ ਤੈਅ ਹੋਣਗੀਆਂ, ਜਾਂ ਕੁਝ ਉਹ ਸਰਕਾਰ ਲਿਖੇਗੀ ਵੀ ਕਾਲੇ ਕਾਨੂੰਨ ਰੱਦ, ਕਿਸਾਨ ਉੱਠ ਕੇ ਆ ਜਾਣਗੇ, ਹੈ ਨਾ। ਬੀਬੀ ਨੇ ਵਰਤ ਕਾਹਦੇ ਲਈ ਰੱਖਿਆ ਸੀ? ਕਿ ਮੇਰੇ ਪਤੀ ਦੀ ਲੰਬੀ। ਜਦੋਂ ਸ਼ਾਮਾਂ ਨੂੰ ਉਹਨੇ ਵਰਤ ਤੋੜਿਆ, ਰੱਬ ਨੇ ਕਹਿਤਾ ਸੀ ਲੈ ਬੀਬੀ 5 ਸਾਲ ਵਧਾ ਤੇ। ਬੋਲੋ ਸਾਥ ਸੰਗਤ ਜੀ, ਕੋਈ ਐਗਰੀਮੈਂਟ ਹੋਇਆ? ਉਹ ਬੋਲੋ ਸਾਥ ਭੈਣੋ ਬੋਲੋ, ਹੋਇਆ ਕੋਈ? ਮੈਨੂੰ ਪਤਾ ਤੁਹਾਡੇ 'ਚ ਕੋਈ ਭੈਣ ਵਰਤ ਨਹੀਂ ਰੱਖਦੀ, ਪਰ ਕਦੀ ਸੋਚਿਆ? ਕਦੇ ਐਗਰੀਮੈਂਟ ਹੋਇਆ? ਸ਼ਾਮਾਂ ਨੂੰ ਰੱਬ ਇੱਦਾਂ ਰੱਬ ਜੀ ਪ੍ਰਗਟ ਹੋ ਗਏ ਹੁਣ ਵੀ ਬੀਬਾ ਖਾ ਲਾ ਕੇਲੇ, ਸੇਬ, ਫਰੂਟ, ਜੋ ਅੰਗੂਰ ਲਿਆਂਦਾ ਛਕ ਲਾ, ਹੁਣ ਮੈਂ ਤੇਰੇ 5 ਸਾਲ ਤੇਰੇ ਪਤੀ ਦੀ ਲੰਬੀ ਉਮਰ ਕਰ ਦਿੱਤੀ ਹੈ। ਅੱਛਾ ਉਮਰ ਵਧੀ ਪਤਾ ਕਿੱਦਾਂ ਲੱਗ ਗਿਆ? ਸ਼ਾਮਾਂ ਨੂੰ ਦਬ ਦਬ ਉਹ ਛਾਨਣੀ ਜੀ ਵਿੱਚੋਂ ਮੂੰਹ ਵੇਖਦੇ ਆ ਪਤੀ ਦਾ। ਅੱਛਾ ਜੇ ਤੇ ਪਤੀ ਢੰਗ ਦਾ ਵੀ ਹੋਵੇ ਨਾ, ਕੋਈ ਨਸ਼ਾ ਨਾ ਕਰਦਾ ਹੋਵੇ, ਪੈਰਾਂ 'ਤੇ ਖਲੋਤਾ ਹੋਵੇ, ਤੇ ਮੈਂ ਕਹਿੰਦਾ ਰੱਖਣ 'ਚ ਵੀ ਕੋਈ ਹਰਜ ਨਹੀਂ। ਜਿਹੜੀਆਂ ਬੀਬੀਆਂ ਵਿਚਾਰੀਆਂ ਮਾਰ ਖਾਂਦੀਆਂ, ਸਿਰੇ 'ਤੇ ਪੱਲੇ ਨਸ਼ੇੜੀ ਪੈ ਗਿਆ, ਉਹ ਵੀ ਵਰਤ ਰੱਖ ਕੇ ਬੈਠੀ ਉਦਣ। ਸਗੋਂ ਤੂੰ ਉਧਰ ਪੀਜ਼ੇ ਦਾ ਆਰਡਰ ਕਰ ਵੀ ਵੱਧ ਖਾ, ਉਹਦੇ ਸਾਹਮਣੇ ਚੰਗੀਆਂ ਚੀਜ਼ਾਂ ਬਣਾ ਬਣਾ ਕੇ ਖਾ। ਅੱਜ ਵੀ ਜੇ ਭੁੱਖੇ ਰਹਿਣ ਨਾਲ ਉਮਰ ਵੱਧਦੀ ਹੈ ਤਾਂ ਫਿਰ ਜ਼ਿਆਦਾ ਖਾਣ ਨਾਲ ਘਟਣੀ ਵੀ ਚਾਹੀਦੀ ਹੈ ਨਾ। ਉਹ ਬੋਲੋ ਸਾਧ ਸੰਗਤ ਜੀ। ਪਰ ਸਾਡਾ ਸਮਾਜ ਹੁਣ ਵਰਤ ਸ਼ਬਦ ਵਰਤਿਆ ਕਾਹਦੇ ਲਈ ਹੋ ਰਿਹਾ? ਮਨ ਦੀ ਸ਼ਾਂਤੀ ਲਈ। ਮਨ ਦੀ ਸ਼ਾਂਤੀ। ਹੁਣ ਪਾਤਸ਼ਾਹ ਦੀ ਬਾਣੀ ਕਹਿੰਦੀ ਪੂਜਾ ਵਰਤ, ਰੱਬ ਦੇ ਨਾਂ 'ਤੇ ਵਰਤ ਵੀ ਰੱਖੇ ਜਾਂਦੇ ਆ। ਮਹਾਰਾਜ ਕਹਿੰਦੇ ਵਰਤ ਰੱਖਣਾ ਤੇ ਰੱਖ, ਫਿਰ ਕਾਹਦਾ? ਝੂਠ ਬੋਲਣ ਦਾ ਵਰਤ ਰੱਖ, ਬੇਈਮਾਨੀ ਦਾ ਵਰਤ ਰੱਖ, ਠੱਗੀ ਦਾ ਵਰਤ ਰੱਖ। ਇੱਥੇ ਵਰਤ ਰੱਖ ਵੀ ਮੈਂ ਇਹ ਕੰਮ ਨਹੀਂ ਕਰਨਾ, ਤੇ ਇਹ ਵਰਤ 1-2 ਦਿਨ ਦਾ ਨਹੀਂ, ਸਦਾ ਲਈ ਰੱਖ, ਜੀਵਨ ਸੁਖੀ ਹੋ ਜੂ। ਪੂਜਾ ਵਰਤ ਤਿਲਕ, ਤਿਲਕ ਲਾਏ ਜਾ ਰਹੇ ਆ ਕਾਹਦੇ ਲਈ? ਇਹ ਵੀ ਸ਼ਾਂਤੀ ਲਈ। ਤੁਹਾਨੂੰ ਪਤਾ ਚੰਦਨ ਠੰਡਾ ਹੁੰਦਾ ਤੇ ਮੱਥੇ 'ਤੇ ਤਿਲਕ ਲਾਏ ਜਾਂਦੇ ਵੀ ਸ਼ਾਇਦ ਬੰਦਾ ਗੁੱਸੇ 'ਚ ਆ ਤਾਂ ਵੀ ਮੱਥਾ ਦੱਸਦਾ, ਬੰਦਾ ਹੱਸਮੁਖ ਆ ਤਾਂ ਵੀ ਮੱਥਾ ਦੱਸਦਾ। ਕਦੀ ਤਜਰਬਾ ਕਰਕੇ ਵੇਖਿਓ। ਬੰਦਾ ਪੂਰਾ ਖੁਸ਼ ਹੋਏਗਾ ਨਾ, ਉਹਦਾ ਚਿਹਰਾ ਦੱਸੂ, ਤੇ ਬੰਦਾ ਅੱਜ ਅਪਸੈਟ ਹੈ, ਉਦਾਸ ਹੈ, ਇਹ ਕੌਣ ਦੱਸਦਾ ਭਲਾ? ਇਹ ਵੀ ਚਿਹਰਾ ਦੱਸਦਾ। ਹੁਣ ਵਿਪਰ ਦੇ ਕੋਲ ਹੋਰ ਤੇ ਮਟੀਰੀਅਲ ਨਹੀਂ ਸੀ ਅੰਦਰ ਨੂੰ ਸੁਖੀ ਕਰਨ ਦਾ। ਉਹਨੇ ਕੀ ਕੀਤਾ? ਉਹਨੇ ਕਿਹਾ ਬਾਹਰੋਂ ਇੱਦਾਂ ਮੱਥੇ 'ਤੇ ਟਿੱਕੇ ਲਾ ਲਾ, ਸ਼ਾਇਦ ਮੱਥਾ ਠੰਡਾ ਹੋ ਜਾਏ। ਪਾਤਸ਼ਾਹ ਦੀ ਬਾਣੀ ਕਹਿੰਦੀ ਨਾ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀਵੇ ਨਾਨਕਾ ਜੋ ਪੰਦੜੋ ਹਰਨਾ। ਪੂਜਾ ਵਰਤ ਤੇ ਜਾ ਗਿਆ ਤਿਲਕ। ਤਿਲਕ ਤਿਲਕ ਲਾਏ ਜਾਂਦੇ ਆ ਮੱਥੇ 'ਤੇ ਵੀ ਇਹਦੇ ਨਾਲ ਤੇਰਾ ਮੱਥਾ ਠੰਡਾ ਰਹੂ। ਪਾਤਸ਼ਾਹ ਕਹਿੰਦੇ ਨਾ, ਜਦੋਂ ਤੁਹਾਡਾ ਕੰਮ, ਤੁਹਾਡਾ ਜੀਵਨ 'ਚ ਕੰਮ ਚੰਗੇ ਹੋਣਗੇ, ਤੁਹਾਡਾ ਮਨ ਠੰਡਾ ਹੋਏਗਾ। ਮਨ ਠੰਡਾ ਹੋਏਗਾ, ਤਨ ਆਪਣੇ ਆਪ ਠੰਡਾ ਹੋਏਗਾ ਤੁਹਾਡਾ। ਫਿਰ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਜੋ ਪੱਕਾ। ਹੁਣ ਸ਼ਬਦ ਵਰਤਿਆ ਪੂਜਾ ਵਰਤ ਤਿਲਕ। ਇਸ਼ਨਾਨਾ, ਇਸ਼ਨਾਨ ਜ਼ਿੰਦਗੀ ਦੀ ਜ਼ਰੂਰਤ ਹੈ ਤੁਹਾਡੀ, ਇਹ ਧਰਮ ਨਹੀਂ ਹੈ। ਇਸ਼ਨਾਨ ਤਾਂ ਹਰ ਬੰਦਾ ਕਰਦਾ, ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਵੀ ਕਰਦਾ। ਕਿਉਂ ਸਾਧ ਸੰਗਤ ਜੀ? ਜਿਹੜਾ ਬੰਦਾ ਗੁਰਦੁਆਰੇ ਨਹੀਂ ਜਾਂਦਾ, ਮੰਦਰ ਨਹੀਂ ਜਾਂਦਾ, ਚਰਚ ਨਹੀਂ ਜਾਂਦਾ, ਕਿਸੇ ਮੱਤ ਦਾ ਵੀ ਹੋਵੇ, ਇਸ਼ਨਾਨ ਤਾਂ ਕਰਦਾ ਹੀ ਹੈ। ਇੱਕ ਦਿਨ ਨਾ ਕਰਦਾ ਹੋਊਗਾ, ਦੂਜੇ ਦਿਨ ਕਰ ਲੈਂਦਾ ਹੋਊਗਾ, ਇਸ਼ਨਾਨ ਤਾਂ ਕਰਨਾ ਹੀ ਕਰਨਾ ਹੈ। ਇਸ਼ਨਾਨ ਧਰਮ ਨਹੀਂ ਹੈ, ਇਸ਼ਨਾਨ ਮੇਰੀ ਜ਼ਰੂਰਤ ਹੈ। ਮੈਂ 2 ਵਾਰ ਕਰਾਂ, ਮੈਂ 3 ਵਾਰ ਕਰਾਂ, ਮੈਂ 4 ਵਾਰ ਕਰਾਂ। ਹੁਣ ਜਿਹੜਾ ਮਿਹਨਤੀ ਬੰਦਾ ਉਹ ਸਵੇਰੇ ਵੀ ਇਸ਼ਨਾਨ ਕਰਕੇ ਕੰਮ 'ਤੇ ਜਾਂਦਾ, ਸ਼ਾਮ ਨੂੰ ਥੱਕ ਟੁੱਟ ਕੇ ਜਦੋਂ ਆਉਂਦਾ ਉਦੋਂ ਵੀ ਇਸ਼ਨਾਨ ਕਰਕੇ ਸੌਂਦਾ। ਪਰ ਜਦੋਂ ਇਹ ਇਸ਼ਨਾਨ ਧਰਮ ਨਾਲ ਜੁੜ ਗਿਆ, ਉਦੋਂ ਲੋਕ ਇਸ਼ਨਾਨ ਨੂੰ ਵੀ ਕੀ ਕਹਿੰਦੇ? ਮੈਂ ਇੰਨਿਆਂ ਸਰੋਵਰਾਂ 'ਚ ਇਸ਼ਨਾਨ ਕਰ ਆਇਆ, ਮੈਂ ਇੰਨੀਆਂ ਚੁੱਭੀਆਂ ਮਾਰ ਆਇਆ। ਤੇ ਬਾਣੀ ਕੀ ਕਹਿੰਦੀ ਭਲਾ? ਕੋਟ ਤੀਰਥ, ਕੋਟ ਦੇ ਟੈਂਕੇ ਨੂੰ ਸਿਹਾਰੀ ਹੈ। ਬਾਣੀ ਦੇ ਵਿਆਕਰਨ ਮੁਤਾਬਕ ਜਦੋਂ ਕੋਟ ਦੇ ਟੈਂਕੇ ਨੂੰ ਸਿਹਾਰੀ ਲੱਗਦੀ ਹੈ, ਇਹ ਗਿਣਤੀਵਾਚਕ ਹੈ, ਕਰੋੜਾਂ। ਜਦੋਂ ਟੈਂਕੇ ਨੂੰ ਔਂਕੜ ਲੱਗ ਜਾਏ, ਇੱਕ ਵਚਨ ਪੁਲਿੰਗ ਕਿਲਾ। ਜਦੋਂ ਕੋਟ ਦੇ ਟੈਂਕੇ ਨੂੰ ਕੋਈ ਮਾਤਰਾ ਲੱਗੀ, ਬਹੁ ਵਚਨ ਜ਼ਿਆਦੇ ਕਿਲਿਆਂ ਦੀ ਗੱਲ ਹੈ। ਸ਼ਬਦ ਕੋਟ ਹੀ ਬੋਲਾਂਗੇ। ਜਦੋਂ ਕੋਟ ਦੇ ਟੈਂਕੇ ਨੂੰ ਸਿਹਾਰੀ ਆਏਗੀ ਬਾਣੀ ਜਿੱਥੇ ਵੀ, ਉਹ ਗਿਣਤੀਵਾਚਕ ਹੈ, ਕਰੋੜਾਂ। ਜਿੱਥੇ ਵੀ ਲਾ ਲਓ ਤੁਸੀਂ, ਜਿੱਥੇ ਕੋਟ ਦੇ ਟੈਂਕੇ ਨੂੰ ਔਂਕੜ ਆਏਗਾ, ਇੱਕ ਵਚਨ ਪੁਲਿੰਗ ਹੈ, ਇੱਕ ਕਿਲੇ ਦੀ ਗੱਲ ਹੈ। ਜਿੱਥੇ ਕੋਟ ਦੇ ਟੈਂਕੇ ਨੂੰ ਕੋਈ ਮਾਤਰਾ ਨਹੀਂ ਲੱਗੀ, ਟੈਂਕਾ ਮੁਕਤਾ ਹੈ, ਉੱਥੇ ਜ਼ਿਆਦੇ ਕਿਲਿਆਂ ਦੀ ਗੱਲ ਹੈ। ਹੁਣ ਵੇਖੋ, ਕਰੋੜਾਂ ਤੇ ਕਿਲਾ ਤੇ ਕਿਲੇ, 3 ਹੋ ਗਏ ਨਾ, ਕਿਲਾ, ਕਿਲੇ ਤੇ ਕਰੋੜਾਂ। ਤੇ ਸ਼ਬਦ ਕੋਟ ਹੀ ਬੋਲਾਂਗੇ ਆਪਾਂ। ਜਿਹੜੇ ਕਹਿੰਦੇ ਬਾਣੀ 'ਚ ਵਿਆਕਰਨ ਹੈ ਨਹੀਂ, ਬਾਣੀ ਦੀ ਇੱਕ ਇੱਕ ਤੁਕ ਵਿਆਕਰਨ 'ਚ ਹੈ।
ਸਿਹਾਰੀ ਜਿਹੜੀ ਲੱਗੀ, ਬਿਹਾਰੀ ਲੱਗੀ, ਦੁਲਾਵਾਂ ਲੱਗੀਆਂ, ਔਂਕੜ ਲੱਗੇ, ਇਹਨਾਂ ਦਾ ਕੋਈ ਮੀਨਿੰਗ ਹੈ ਗੁਰੂ ਗ੍ਰੰਥ ਸਾਹਿਬ 'ਚ? ਇੱਕ ਐਗਜ਼ਾਮਪਲ ਦੇਵਾਂ ਸੌਖੀ ਜੀ, ਜਪ ਬਾਣੀ ਰੋਜ਼ ਪੜ੍ਹਦੇ ਹੋ, ਜਪਜੀ ਸਾਹਿਬ, ਗੁਰਾ, ਸਾਰੇ ਬੋਲੋ, ਗੁਰਾ ਇੱਕ ਦੇ ਬੁਝਾਈ। ਉੱਥੇ ਇੱਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ, ਜਾ ਕੇ ਤੁਸੀਂ ਪੋਥੀਆਂ ਚੈੱਕ ਕਰ ਲਿਓ। ਗੁਰਾ ਇੱਕ ਦੇ, ਅੱਗੇ ਸਭਨਾ ਜੀਆਂ ਕਾ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਲੱਗਾ। ਕੀ ਇੱਕ ਜਗ੍ਹਾ ਮਹਾਰਾਜ ਔਂਕੜ ਲਿਖਣਾ ਭੁੱਲ ਗਏ, ਇੱਕ ਜਗ੍ਹਾ ਉੱਦਾਂ ਹੀ ਲਿਖਤਾ? ਨਹੀਂ, ਬੋਲਿਆ ਆਪਾਂ ਇੱਕ ਹੈ, ਪਰ ਦੋਨਾਂ ਦੇ ਅਰਥ ਅਲੱਗ ਅਲੱਗ ਹੈ। ਪਹਿਲਾ ਇੱਕ ਇਸਤਰੀ ਲਿੰਗ ਸ਼ਬਦ ਹੈ, ਸਮਝ, ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਗੱਲ ਬੁਝਾ ਦਿਓ, ਸਮਝਾ ਦਿਓ। ਤੇ ਦੂਜਾ ਇੱਕ ਸ਼ਬਦ ਪੁਲਿੰਗ ਹੈ, ਇੱਕ ਵਚਨ, ਕੀ? ਸਭਨਾ ਜੀਆਂ ਕਾ ਦਾਤਾ ਇੱਕ ਹੈ ਨਾ, ਇਸ ਕਰਕੇ ਔਂਕੜ ਲੱਗਾ ਹੈ। ਦਾਤੇ ਦੋ ਨਹੀਂ ਹੈਗੇ, ਦੱਦਾ ਦਾਤਾ ਸਭ ਕੋ ਦੇਵਣ, ਉਹ ਵੱਖਰੀ ਗੱਲ ਹੈ, ਅਸੀਂ ਜ਼ਿਆਦਾ ਬਣਾ ਲਏ ਆ, ਪਰ ਦਾਤਾ ਇੱਕ ਹੀ ਹੈ। ਦੱਦਾ ਦਾਤਾ ਸਭ ਕੋ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ। ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਦਾਤੇ ਜ਼ਿਆਦਾ, ਭਿਖਾਰੀ ਤੇ ਜ਼ਿਆਦਾ ਹੋ ਸਕਦੇ, ਪਰ ਦਾਤਾ ਇੱਕ ਹੀ ਹੈ। ਇੱਥੇ ਸ਼ਬਦ ਵਰਤਿਆ ਤਿਲਕ ਇਸ਼ਨਾਨਾ, ਇਸ਼ਨਾਨ ਕਰਦੇ ਆ ਲੋਕ ਮਨ ਦੀ ਸ਼ਾਂਤੀ ਲਈ। ਤਨ ਦੀ ਮਹਿਲ ਤੇ ਪਾਣੀ ਲਾ ਸਕਦਾ, ਪਰ ਤੁਹਾਡੇ ਮਨ ਦੀ ਮੈਲ ਪਾਣੀ ਚਿੱਤ ਨ ਧੋਪਈ, ਮੁਖ ਪੀਤੈ ਤਿਖ ਜਾਏ। ਪਾਣੀ ਚਿੱਤ ਦੀ ਮੈਲ ਨਹੀਂ ਲਾ ਸਕਦਾ, ਹਾਂ ਤੁਹਾਡੀ ਪਿਆਸ ਬੁਝਾ ਸਕਦਾ। ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਕਰਨਾ। ਵੈਸੇ ਦਾਨ ਸ਼ਬਦ ਸਾਡੇ ਘਰ ਆ ਗਿਆ, ਪਰ ਹੈ ਨਹੀਂ ਸੀ। ਸਾਡੇ ਗੁਰਦੁਆਰੇ ਕੋਈ 1 ਰੁਪਈਆ ਦੇ ਦੇਵੇ, 100 ਦੇ ਦੇਵੇ, 1000 ਦੇ ਦੇਵੇ, ਲੱਖ ਦੇ ਦੇਵੇ, ਕਰੋੜ ਦੇ ਦੇਵੇ, ਇੱਥੇ ਭੇਟਾ ਹੈ, ਮੈਂ ਅਰਪਣ ਕੀਤੀ ਹੈ ਮਹਾਰਾਜ ਗੜੀ। ਦਾਨ ਨਹੀਂ ਹੈ, ਦਾਨੀ ਕਰਦਾ ਹੈ। ਅਸੀਂ ਤਾਂ ਭਿਖਾਰੀ ਹਾਂ। ਅਸੀਂ ਕਿਸੇ ਦੋਸਤ ਮਿੱਤਰ ਜਦੋਂ ਹੈਲਪ ਕਰਦੇ ਹਾਂ, ਉਹ ਵੀ ਮਦਦ ਹੋ ਸਕਦੀ ਹੈ, ਹੈਲਪ ਹੋ ਸਕਦੀ ਹੈ, ਉਹ ਵੀ ਦਾਨ ਨਹੀਂ ਹੈ। ਫਲਾਣੇ ਨੇ ਇੰਨਾ ਦਾਨ ਗੁਰੂ ਘਰ ਨੂੰ ਦਿੱਤਾ, ਨਾ ਭਾਈ ਨਾ, ਦਾਨੀ ਕਰਦਾ। ਅਸੀਂ ਦਾਨੀ ਨਹੀਂ ਹਾਂ, ਅਸੀਂ ਤਾਂ ਭਿਖਾਰੀ ਹਾਂ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਤੋ ਪਾਤਸ਼ਾਹ ਇੱਥੇ ਕੀ ਕਹਿ ਰਹੇ ਨੇ? ਪੁੰਨ ਦਾਨ ਬਹੁ ਦੈਨ, ਕਹੂੰ ਨਾ ਭੀਜੈ ਸੰਜਮ ਸੁਆਮੀ, ਬੋਲੇ ਮੀਠੇ। ਕਿਸੇ ਵੀ ਇੱਦਾਂ ਦੇ ਪਖੰਡ ਨਾਲ, ਮਿੱਠੇ ਮਿੱਠੇ ਸ਼ਬਦ ਬੋਲਣ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ, ਮਨ ਟਿਕਾ ਵਿੱਚ ਨਹੀਂ ਆ ਸਕਦਾ। ਇਹ ਤੋਂ ਅਗਲੇ ਕਰਮ ਕਿਹੜੇ? ਜਾਪ, ਬੜੇ ਜਾਪ ਕੀਤੇ, ਬੜੇ ਮੰਤਰ ਜਪੇ, ਤਾਪ, ਬੜੇ ਤਪ ਕੀਤੇ। ਤਪ ਕਈ ਕਿਸਮ ਦੇ ਹੁੰਦੇ ਆ। ਸਰਦੀ ਦੇ ਵਿੱਚ ਨੰਗੇ ਪੈਰੀ ਤੁਰਨਾ, ਗਰਮੀ ਦੇ ਵਿੱਚ ਧੂਣੀਆਂ ਤਾ ਕੇ ਬੰਨੇ ਬਹਿਣਾ, ਇਹ ਸਾਰੇ ਤਪ ਨੇ, ਕਸ਼ਟ ਦੇਣਾ ਸਰੀਰ ਨੂੰ। ਬਾਣੀ ਕਹਿੰਦੀ ਜਾਪ ਤਾਪ ਭਰਮਣ ਦਾ ਅਰਥ ਕੀ ਦਾ? ਭਰਮਣ ਕਰਨਾ। ਤੁਹਾਨੂੰ ਰੱਬ ਨੇ ਸਾਧਨ ਦਿੱਤਾ, ਮੋਟਰਸਾਈਕਲ, ਗੱਡੀ, ਕਾਰ, ਜੋ ਵੀ ਹੈ, ਉਹਦੇ 'ਤੇ ਜਾਓ, ਸਫ਼ਰ ਕਰੋ। ਤੁਸੀਂ ਗੁਰਦੁਆਰੇ ਜਾਣਾ, ਉੱਥੇ ਜਾਓ। ਪਰ ਕਈ ਵਾਰ ਬੰਦਾ ਭਰਮਣ ਕਰਦਾ, ਪੈਦਲ, ਸਾਈਕਲ ਯਾਤਰਾ, ਪੈਦਲ ਯਾਤਰਾ, ਉਹ ਸੋਚਦਾ ਇਹਦੇ ਨਾਲ ਰੱਬ ਜੀ ਮੇਰੇ 'ਤੇ ਜ਼ਿਆਦਾ ਖੁਸ਼ ਹੋਣਗੇ। ਪਾਤਸ਼ਾਹ ਕਹਿੰਦੇ ਨਾ, ਸਮਾਂ ਬਚਾ ਆਪਣਾ। ਇਸ ਸਮੇਂ ਨੂੰ ਪਰਉਪਕਾਰ 'ਤੇ ਲਾ, ਤੂੰ ਭਾਈ ਕਿਸੇ ਚੰਗੇ ਕੰਮ 'ਤੇ ਲਾ। ਜੇ ਤੇਰੇ ਕੋਲ ਕੋਈ ਹੁਨਰ ਹੈ, ਤੇਰੇ ਕੋਲ ਕੋਈ ਕਲਾ ਹੈ, ਤੂੰ ਆਪਣੀ ਉਹ ਕਲਾ ਨੂੰ ਵੰਡ। ਜੇ ਭਰਮਣ ਨਾਲ ਪਰਮੇਸ਼ਰ ਮਿਲਦਾ ਹੋਵੇ ਤੇ ਆ ਜੀਵ ਜੰਤੂ ਭੱਜੇ ਫਿਰਦੇ ਰੋਜ਼। ਕਿੱਦਾਂ ਭਰਮਣ ਕਰਦੇ ਨੇ? ਜਾਪ ਤਾਪ ਭਰਮਣ ਵਸੁਦਾ ਕਰ। ਵਸੁਦਾ ਦਾ, ਧਰਤੀ ਦਾ ਜਿੰਨਾ ਮਰਜ਼ੀ ਭਰਮਣ ਕਰ। ਉਰਦ ਤਾਪ ਦਾ ਅਰਥ ਕੀ ਹੈ? ਪੁੱਠੇ ਲੜਕਣਾ, ਆਪਣੇ ਸਵਾਸਾਂ ਨੂੰ ਤਾਂ ਚੜਾ ਲੈਣਾ। ਉਰਦ ਤਾਪ ਲੈ ਗੈਨ, ਇਹ ਬਿੱਧ ਇਹਨਾਂ ਤਰੀਕੇ ਨਾਲ ਨਹਿ ਪਤਿਆਨੋ ਠਾਕੁਰ। ਹੁਣ ਕੰਮ ਉਹ ਕਰੀਏ ਜੇ ਤੇ ਬਾਪੂ ਖੁਸ਼ ਹੋਵੇ। ਕਿਉਂ ਸਾਧ ਸੰਗਤ ਜੀ? ਬੱਚੇ ਸਾਡੇ ਕੰਮ ਕਰਨ ਤੇ ਅਸੀਂ ਖੁਸ਼ ਨਾ ਹੋਈਏ, ਜਾਂ ਅਸੀਂ ਉਹ ਕੰਮ ਕਰੀਏ ਸਾਡਾ ਮਾਂ ਬਾਪ ਖੁਸ਼ ਨਾ ਹੋਵੇ, ਉਹ ਕੰਮ ਕਰਨ ਦਾ ਫਾਇਦਾ ਹੈ ਕੋਈ? ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਕੰਮ ਉਹ ਕਰੋ ਜਿਹਦੇ ਨਾਲ ਮਾਂ ਬਾਪ ਵੱਲੋਂ ਸਾਨੂੰ ਸ਼ਾਬਾਸ਼ੀ ਮਿਲੇ। ਕਿਉਂ ਸਾਧ ਸੰਗਤ ਜੀ? ਬੋਲੋ ਜੀ। ਮਤਲਬ ਆਪਾਂ ਵੀ ਬੱਚੇ ਰਹੇ ਆਪਣੇ ਮਾਂ ਬਾਪ ਦੇ, ਗਾੜੀ ਆਪਣੇ ਬੱਚੇ ਹੋਣਗੇ, ਹੈਗੇ ਨੇ। ਹੁਣ ਮੰਨ ਲਓ ਆਪਾਂ ਆਪਣੇ ਉਹ ਕੰਮ ਜ਼ਿੰਦਗੀ 'ਚ ਕੀਤੇ ਹੋਣ ਜਿਹਦੇ 'ਤੇ ਮਾਂ ਬਾਪ ਖੁਸ਼ ਹੀ ਨਾ ਹੋਵੇ, ਉਹਨਾਂ ਕੰਮਾਂ ਦਾ ਕੋਈ ਫਾਇਦਾ ਹੈ? ਅੱਜ ਅਸੀਂ ਇੰਜ ਕਰ ਰਹੇ ਹਾਂ, ਜਿਹੜਿਆਂ ਕੰਮਾਂ ਦਾ ਕੋਈ ਫਾਇਦਾ ਨਹੀਂ, ਜਿਹੜੇ ਕੰਮ ਮੇਰੇ ਮਾਲਕ ਨੂੰ ਪਸੰਦ ਨਹੀਂ, ਅਸੀਂ ਕੰਮ ਆਪਣੀ ਜ਼ਿੰਦਗੀ 'ਚ ਉਹ ਕਰ ਰਹੇ ਹਾਂ। ਇਹ ਬਿੱਧ ਨੇ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨ। ਕਹਿਣ ਲੱਗੇ ਇਹਨਾਂ ਤਰੀਕੇ ਨਾਲ ਉਹਨੇ ਖੁਸ਼ ਨਹੀਂ ਹੋਣਾ। ਜੋਗ ਜੁਗਤ ਕਰ ਜੈਨ, ਜੈਨ ਮਤ ਵਾਲੇ ਵੀ ਕਰਮ ਕਰਕੇ ਵੇਖ ਲਏ। ਫਿਰ ਕਹਿੰਦੇ ਨੇ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ।
ਨਿਰਮੋਲਕ ਦਾ ਅਰਥ ਕੀ ਹੈ? ਜਿਹਦੀ ਕੀਮਤ ਕੋਈ ਨਹੀਂ। ਇੱਕ ਹੁੰਦਾ ਨਾ ਚੀਜ਼ ਤੁਸੀਂ ਕੀਮਤ ਦੇ ਕੇ ਖਰੀਦ ਲਿਆਓ, ਪੈਸੇ ਦੇ ਕੇ ਖਰੀਦ ਲਿਆਓ, ਕਹਿੰਦੇ ਨਿਰਮੋਲਕ ਹੈ, ਇਹ ਕੀਮਤ ਤੋਂ ਬਾਹਰ ਹੈ। 3 ਪਾਇਓ ਜਿਸ ਕਿਰਪੈਨ ਉਹਨੇ ਪ੍ਰਾਪਤ ਕੀਤਾ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣਿਆ। ਅਤੇ ਕਿਰਪਾ ਦਾ ਪਾਤਰ ਕੌਣ ਬਣਿਆ? ਜਿਹਨੇ ਮਿਹਨਤ ਕੀਤੀ ਹੈ। ਹੁਣ ਬੱਚਾ ਕਿਹੜਾ ਕਿਰਪਾ ਦਾ ਪਾਤਰ ਬਣਦਾ? ਜਿਹੜਾ ਪੜ੍ਹਦਾ ਹੈ। ਫਸਟ ਕੌਣ ਆਉਂਦਾ? ਜਿਹਨੇ ਸਟੱਡੀ ਕੀਤੀ ਹੈ, ਮਿਹਨਤ ਕੀਤੀ ਹੈ। 3 ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ। ਸਾਧ ਕੌਣ ਹੈ? ਗੁਰੂ। ਇੱਕ ਵਾਰ ਸਾਰੇ ਕਹੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਕਬੀਰ ਜਾ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੇਹ ਘਰ ਮਰਹਟ ਸਾਰ ਕੇ ਭੂਤ ਬਸੈ ਤਿਨ ਮਾਹੇ। ਤੋ ਇੱਥੇ ਸਾਧ ਦਾ ਅਰਥ ਕੀ? ਸਾਧ ਸੰਗ। ਸਾਧ ਸੰਗ ਕੀ ਹੈ? ਗੁਰੂ ਦਾ ਸੰਗ, ਗੁਰੂ ਦੀ ਸਿੱਖਿਆ ਦਾ ਸੰਗ, ਸੱਚ ਦਾ ਸੰਗ, ਸ਼ਬਦ ਵਿਚਾਰ ਦਾ ਸੰਗ। ਜਦੋਂ ਮੇਰਾ ਮਨ ਸੱਤ ਦੀ ਸੰਗਤ ਕਰੇਗਾ। ਸਾਧ ਸੰਗ ਰੰਗ, ਰੰਗ ਦਾ ਅਰਥ ਹੈ ਪਿਆਰ। ਰੰਗ ਪ੍ਰਭ ਭੇਟੇ, ਜਦੋਂ ਮੈਂ ਪ੍ਰਭੂ ਦੇ ਪਿਆਰ ਵਿੱਚ, ਸੱਚ ਦੇ ਪਿਆਰ ਵਿੱਚ ਆਪਣੇ ਜੀਵਨ ਨੂੰ ਗੁਜ਼ਾਰਾਂਗਾ। ਨਾਨਕ ਸੁਖ ਜਨ ਰੈਣ। ਮੇਰੀ ਜ਼ਿੰਦਗੀ ਦੀ ਜਿਹੜੀ ਰਾਤ ਆ ਨਾ, ਦੇਖੋ ਧਿਆਨ ਨਾਲ ਸੁਣਿਓ ਸਾਧ ਸੰਗਤ, ਸਮੁੱਚੇ ਜੀਵਨ ਨੂੰ ਸਤਿਗੁਰ ਦੀ ਬਾਣੀ ਨੇ ਇੱਕ ਰਾਤ ਨਾਲ ਤਰਜੀਹ ਦਿੱਤੀ ਹੈ। ਇੱਕ ਰਾਤ, ਕਿਸੇ ਦੀ ਰਾਤ 50 ਸਾਲ ਦੀ ਹੈ, ਕਿਸੇ ਦੀ ਰਾਤ 20 ਸਾਲ ਦੀ ਹੈ, ਕਿਸੇ ਦੀ ਰਾਤ 30 ਸਾਲ ਦੀ ਹੈ, ਕਿਸੇ ਦੀ ਰਾਤ 100 ਸਾਲ ਦੀ ਹੋ ਸਕਦੀ ਹੈ, ਪਰ ਬਾਣੀ ਨੂੰ ਰਾਤ ਆਂਦੀ ਹੈ। ਤਾਂ ਹੀ ਬਾਣੀ ਚੱਕਦੇ ਨਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਜਿਵੇਂ ਕਿਸੇ ਘਰ ਕੋਲ ਮਹਿਮਾਨ ਆਉਂਦਾ ਹੈ, ਮਹਿਮਾਨ ਹਮੇਸ਼ਾ 2-3 ਗੱਲਾਂ ਦਾ ਧਿਆਨ ਰੱਖਦਾ। ਕਿਹੜਾ ਭਲਾ? ਇੱਕ ਤਾਂ ਉਹ ਆਪਣੇ ਨਾਲ ਆਇਆ, ਉਹਨੇ ਉਹਨਾਂ ਕੁ ਸਮਾਨ ਲਿਆਂਦਾ। ਪਹਿਲਾ ਖਿਆਲ ਕਿ ਉਹ ਜਦੋਂ ਆਉਂਦਾ ਉਹਨੂੰ ਇਹ ਪਤਾ ਹੁੰਦਾ ਵੀ ਇੱਥੇ ਮੈਂ ਸਦਾ ਰਹਿਣਾ ਨਹੀਂ। ਅਤੇ ਤੀਜਾ ਖਿਆਲ ਕਿਹੜਾ ਰੱਖਦਾ ਭਲਾ? ਕਿ ਮੈਂ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਮੇਰੇ ਜਾਣ ਤੋਂ ਬਾਅਦ ਇਹ ਗੱਲਾਂ ਕਰਨ, ਇਹ ਬਹੁਤ ਘਟੀਆ ਮਹਿਮਾਨ ਸੀ, ਇਹਨੇ ਬੜਾ ਗੰਦ ਪਾਇਆ ਸੀ, ਇਹਨੂੰ ਸਫਾਈ ਰੱਖਣੀ ਨਹੀਂ ਸੀ ਆਉਂਦੀ, ਮੈਂ ਚਲਾ ਜਾਵਾਂ ਅਤੇ ਬਾਅਦ 'ਚ ਗੱਲਾਂ ਕਰਨ। ਮਹਿਮਾਨ ਆਉਣ ਅਤੇ ਇਹੋ ਜਿਹੇ ਆਉਣ ਜਿਹੜੇ ਭਾਈ ਸਾਡੇ ਘਰ ਨੂੰ ਸਾਫ ਸੁਥਰਾ ਕਰਕੇ ਜਾਂਦੇ ਆ। ਅਸੀਂ ਵੀ ਇਸ ਦੁਨੀਆ 'ਤੇ ਆਏ ਹਾਂ, ਮਹਿਮਾਨ ਨਵਾਜੀ ਹੈਗੀ ਆ, ਅਸੀਂ ਜਾਈਏ ਅਤੇ ਲੋਕ ਕਹਿਣ ਭਾਈ ਇਹੋ ਜਿਹੇ ਮਹਿਮਾਨ ਦੁਨੀਆ 'ਤੇ ਬਾਰ-ਬਾਰ ਆਉਣੇ ਚਾਹੀਦੇ ਆ, ਜਿਹੜੇ ਸਮਾਜ ਦੀ ਗੰਦਗੀ ਸਾਫ਼ ਕਰਦੇ ਆ, ਸਮਾਜ ਨੂੰ ਸੋਹਣਾ ਬਣਾਉਂਦੇ ਆ, ਖੂਬਸੂਰਤ ਬਣਾਉਂਦੇ ਆ, ਵਧੀਆ ਬਣਾਉਂਦੇ ਆ। ਇਹ ਬਾਣੀ ਸਾਨੂੰ ਬਾਰ-ਬਾਰ ਸਿਖਾਉਂਦੀ ਆ ਜ਼ਿੰਦਗੀ 'ਚ ਗੁਣ ਧਾਰਨ ਕਰੀਏ, ਚੰਗਿਆਈਆਂ ਸਿੱਖੀਏ ਆਪਣੀ ਜ਼ਿੰਦਗੀ 'ਚ। ਨਾਨਕ ਸੁਖ ਜਨ ਰੈਣ ਸਾਧ ਸੰਗ ਰੰਗ ਪ੍ਰਭ ਭੇਟੇ। ਨਾਨਕ ਸੁਖ ਜਨ ਰੈਣ, ਤੇਰੀ ਸੁੱਖਾਂ ਦੀ ਰੈਣ ਬਤੀਤ ਹੋਏਗੀ। ਤੇਰਾ ਜੀਵਨ ਸੁੱਖਾਂ ਨਾਲ ਭਰ ਜਾਏਗਾ ਜੇ ਤੂੰ ਇੱਦਾਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਵੇਂਗਾ। ਸਾਧ ਸੰਗਤ ਜੀ, ਤੁਸੀਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਤਿਆਰ ਕੀਤੀ ਹੈ, ਇਹਨੂੰ ਕਲਾਸ ਰੂਪ ਮੰਨ ਕੇ ਚੱਲੀਏ ਕਿ ਅਸੀਂ ਆਪਣੇ ਗੁਰੂ ਉਸਤਾਦ ਟੀਚਰ ਕੋਲੋਂ ਰੋਜ਼ ਸਿੱਖਣਾ ਹੈ, ਰੋਜ਼ ਉਪਦੇਸ਼ ਲੈਣਾ ਹੈ, ਰੋਜ਼ ਵਿਚਾਰਾਂ ਸਿੱਖਣੀਆਂ। ਅਤੇ ਜਿਹੜੀ ਮਨ ਦੀ ਸ਼ਾਂਤੀ ਸਾਡੀ ਗਵਾ ਚੁੱਕੀ ਹੈ, ਮਨ ਦਾ ਟਿਕਾ ਜਾ ਚੁੱਕਾ, ਇਹਨੂੰ ਵਾਪਸ ਲਿਆਉਣ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਦੇ ਸ਼ਬਦ ਨੂੰ ਸਮਝੀਏ, ਗੁਰੂ ਦੇ ਸ਼ਬਦ ਨੂੰ ਵਿਚਾਰੀਏ, ਗੁਰੂ ਦੀ ਬਾਣੀ ਪੜ੍ਹੀਏ। ਸਹਿਜ ਪਾਠ ਜਿਨ੍ਹਾਂ ਨੇ ਅਜੇ ਤੱਕ ਆਪਣੇ ਪਰਿਵਾਰਾਂ 'ਚ ਆਪ ਕਰਕੇ ਨਹੀਂ ਵੇਖਿਆ, ਕੋਸ਼ਿਸ਼ ਕਰੋ ਆਪਣੇ ਪਰਿਵਾਰਾਂ 'ਚ ਆਪ ਸਹਿਜ ਪਾਠ ਕਰੋ। ਭਾਵੇਂ 1 ਅੰਕ ਰੋਜ਼ ਪੜ੍ਹੋ, 2 ਪੜ੍ਹੋ, 3 ਪੜ੍ਹੋ, ਆਪ ਗੁਰਬਾਣੀ ਪੜ੍ਹੋ, ਅਰਥਾਂ ਸਹਿਤ ਪੜ੍ਹੋ। ਬਾਣੀ ਪੜ੍ਹਨ ਵਿਚਾਰਨ ਦਾ ਆਨੰਦ ਵੱਖਰਾ ਹੈ ਜਦੋਂ ਅਸੀਂ ਆਪ ਸਮਝਾਂਗੇ। ਸਾਰੇ ਇੱਕ ਵਾਰ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਸਮਾਪਤੀ ਹੈ ਜੀ। ਗੁਰ ਜੈਸਾ ਨਾਹੀ ਕੋ ਦੇਵ, 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 ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਕੋਟਾਨ ਕੋਟ ਸ਼ੁਕਰਾਨਾ ਹੈ ਅਕਾਲ ਪੁਰਖ ਜੀ ਦਾ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਆਪਣੀ ਗੋਦ ਵਿੱਚ ਬਿਠਾਉਣ ਦਾ ਇਹ ਸੁਭਾਗ
ਸੋਹਣਾ ਜਿਹਾ ਬਖਸ਼ਿਸ਼ ਕੀਤਾ ਹੈ। ਸਤਿਗੁਰ ਦੀ ਗੋਦ ਵਿੱਚ ਬੈਠ ਕੇ ਆਪਾਂ ਰਲ ਮਿਲ ਕੇ ਗੁਰਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਵਿਚਾਰਾਂ ਕਰਦਿਆਂ ਭੁੱਲਾਂ ਮੇਰੀਆਂ, ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।